ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਤਉ ਮਰੀ ਮੋਹਿ ਸੋ ਕਹੀ ਫਿਰ, ਭਿੰਨ ਭਿੰਨ ਮੋਹਿ ਸਮਝਾਏ। ਪੰਥ ਰਚਿਓ ਜਿਮ ਸਤਿਗੁਰੂ, ਔਰ ਭਇਓ ਕਿਤ ਦਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਾਧ ਸੰਗਤ ਜੀ, ਮਾਈ ਭਾਈ ਸਭ ਵੱਡੇ ਭਾਗਾਂ ਵਾਲਿਓ, ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਗੁਰਬਾਣੀ ਦਾ ਕੀਰਤਨ ਢਾਡੀ ਸਿੰਘਾਂ ਤੋਂ ਗੁਰ ਇਤਿਹਾਸ ਸਰਵਣ ਕਰਦੇ ਹੋ। ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਭਾਵੇਂ ਇਹ ਕਥਾ ਇਤਨੀ ਮਹਾਨ ਵਿਸ਼ੇਸ਼ ਹੈ ਵੀ ਇਹਦੇ ਸਾਰੇ ਹੀ ਪ੍ਰਕਰਨ ਵਿਚਾਰਨੇ ਯੋਗ ਹਨ, ਪਰੰਤੂ ਸਮੇਂ ਦੇ ਅਭਾਵ ਕਰਕੇ ਵਿੱਚੋਂ ਅਸੀਂ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ। ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜ਼ਰੂਰੀ ਜਿਹੜੇ ਪੱਖ ਹਨ ਉਹ ਸੰਗਤਾਂ ਨਾਲ ਸਾਂਝੇ ਹੋ ਜਾਣ। ਸੋ ਜੋ ਭਾਈ ਸਾਹਿਬ ਜੀ ਨੇ ਕੈਪਟਨ ਮਰੀ ਨੂੰ ਦੱਸਿਆ ਸੀ ਖਾਲਸੇ ਦਾ ਇਤਿਹਾਸ, ਅੰਗਰੇਜ਼ਾਂ ਨੇ ਪੁੱਛਿਆ ਸੀ ਤੇ ਅੰਗਰੇਜ਼ ਬਾਰ-ਬਾਰ ਪੁੱਛੀ ਜਾਂਦਾ ਵੀ ਇਹ ਗੱਲ ਦੱਸੋ ਇਹ ਕਿਵੇਂ ਹੋਈ ਹੈ, ਇਹ ਕਿਵੇਂ ਹੋਈ ਹੈ। ਹਰ ਗੱਲ, ਕਿਉਂਕਿ ਤੁਸੀਂ ਇੱਥੇ ਅੰਗਰੇਜ਼ਾਂ 'ਚ ਰਹਿੰਦੇ ਹੋ, ਇੰਨਾ ਜ਼ਿਆਦਾ ਆਪਣੇ ਪੰਜਾਬੀ ਨਹੀਂ ਖੋਜਬੀਨ ਕਰਦੇ ਜਿੰਨੇ ਇਹ ਲੋਕ ਕਰਦੇ ਆ। ਹਰ ਬੜੀ ਗੱਲ ਨੂੰ ਬਰੀਕੀ ਨਾਲ ਪੁੱਛਦੇ ਆ, ਇਹ ਕਿਵੇਂ ਹੋਇਆ, ਫਿਰ ਕੀ ਅੱਗੇ ਹੋਇਆ, ਉਹ ਕੀ ਗੱਲ ਹੋਈ। ਤਾਂ ਦਿਮਾਗ ਬਹੁਤ ਤੇਜ਼ ਹੈ ਇਹਨਾਂ ਦਾ, ਇਸ ਕਰਕੇ ਸਵਾਲ ਤੇ ਸਵਾਲ ਕਰੀ ਜਾਂਦੇ ਆ। ਹੁਣ ਉਹਨਾਂ ਨੇ ਜੋ ਸਵਾਲ ਕੀਤਾ ਵੀ ਪੰਥ ਕਿਵੇਂ ਰਚਿਆ, 10ਵੇਂ ਪਾਤਸ਼ਾਹ ਨੇ ਖਾਲਸਾ ਕਿਵੇਂ ਸਾਜਿਆ, ਉਹ ਹੁਣ ਕਵੀ ਜੀ ਨੂੰ ਪੁੱਛ ਰਹੇ ਤੇ ਕਵੀ ਜੀ ਦੱਸ ਰਹੇ ਆ। ਸੁਣੋ ਪਿਆਰ ਨਾਲ ਸਾਰੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਤਉ ਮਰੀ ਮੋਹਿ ਸੋ ਕਹੀ ਫਿਰ, ਭਿੰਨ ਭਿੰਨ ਮੋਹਿ ਸਮਝਾਏ। ਕੈਪਟਨ ਮਰੀ ਕਹਿਣ ਲੱਗਾ, ਭਾਈ ਰਤਨ ਸਿੰਘ ਜੀ ਸਾਰੀ ਗੱਲ ਵੱਖਰੀ ਵੱਖਰੀ ਕਰਕੇ ਨਿਰਣਾ ਕਰਕੇ ਦੱਸੋ ਮੈਨੂੰ। ਪੰਥ ਰਚਿਓ ਜਿਮ ਸਤਿਗੁਰੂ, ਔਰ ਭਇਓ ਕਿਤ ਦਾਏ। ਇਹ ਖਾਲਸਾ ਪੰਥ ਕਲਗੀਧਰ ਜੀ ਨੇ ਕਿਵੇਂ ਰਚਿਆ ਸੀ, ਕਿਹੜੇ ਹਾਲਾਤਾਂ ਵਿੱਚ ਰਚਿਆ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸ਼ਸਤਰਧਾਰੀ ਫੌਜੀ ਜਵਾਨ ਜਦੋਂ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੂੰ ਵੇਖ ਕੇ ਹਕੂਮਤ ਜਿਹੜੀ ਹੈ ਉਹ ਵੈਰ ਵਿਰੋਧ ਦੀ ਭਾਵਨਾ ਰੱਖਣ ਲੱਗ ਪਈ ਤੇ ਪਹਾੜੀ ਰਾਜਿਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ। ਉਹ ਸਾਰੀਆਂ ਗੱਲਾਂ ਭਾਈ ਰਤਨ ਸਿੰਘ ਨੇ ਸੰਖੇਪ ਵਿੱਚ ਦੱਸ ਦਿੱਤੀਆਂ। ਹੁਣ ਉਹ ਕੈਪਟਨ ਮਰੀ ਪੁੱਛਦਾ ਵੀ ਖਾਲਸਾ ਕਿਵੇਂ ਸਾਜਿਆ ਹੈ। ਚਾਉ ਪਈ ਥੀ ਤੁਰਕਨ ਕੀ ਵੱਡ ਪਤ ਸਾਹੀ। ਕਿਉਂਕਿ ਤੁਰਕਾਂ ਦੀ ਪਾਤਸ਼ਾਹੀ ਬੜੀ ਵੱਡੀ ਸੀ, ਤੁਰਕਾਂ ਦਾ ਰਾਜ ਬੜਾ ਵੱਡਾ ਸੀ। ਕਹਿੰਦੇ 22 ਲੱਖ ਫੌਜ ਤਾਂ ਹਰ ਵੇਲੇ ਔਰੰਗਜ਼ੇਬ ਕੋਲ ਤਿਆਰ ਰਹਿੰਦੀ ਸੀ ਜੰਗ ਕਰਨ ਵਾਸਤੇ। 22 ਲੱਖ ਘੋੜ ਸਵਾਰ ਸਨ, ਹਾਥੀਆਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਸੀ। 10,000 ਵੱਡੀਆਂ ਤੋਪਾਂ ਤੇ 50,000 ਛੋਟੀਆਂ ਤੋਪਾਂ ਸਨ। ਐਡਾ ਵੱਡਾ ਤੋਪਖਾਨਾ ਸੀ। ਹਜ਼ਾਰਾਂ ਸੈਂਕੜੇ ਕਿਲੇ ਸਨ ਤੇ ਖਜ਼ਾਨਿਆਂ ਦਾ ਕੋਈ ਅੰਤ ਨਹੀਂ ਸੀ। ਚੜ੍ਹਦੇ ਤੋਂ ਛਿਪਦੇ ਤੱਕ ਬੰਗਾਲ ਢੱਕ ਕੇ ਬੰਗਲਾਦੇਸ਼ ਤੋਂ ਲੈ ਕੇ ਕਾਬਲ ਤੱਕ, ਕਸ਼ਮੀਰ ਲੇਹ ਲਦਾਖ ਚੀਨ ਦੀ ਹੱਦ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਸਾਰੇ ਪਾਸੇ ਹਿੰਦੁਸਤਾਨ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਟੰਕਾ ਵੱਜਦਾ ਸੀ। ਜਿਵੇਂ ਅੱਜ ਕੱਲ੍ਹ ਅਮਰੀਕਾ ਵੱਡੀ ਤਾਕਤ ਹੈ, ਉਸ ਵੇਲੇ ਖਾਲਸਾ ਜੀ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ, ਮੁਗਲਾਂ ਦੀ ਬਾਦਸ਼ਾਹੀ। ਮੱਕੇ ਮਦੀਨੇ ਤੱਕ ਮੁਜਾਵਰ ਵੀ ਜਿਹੜੇ ਸਨ, ਇਤਿਹਾਸ ਜ਼ਿਕਰ ਆਉਂਦਾ, ਮੁਸਲਮਾਨੀ ਕਿਤਾਬਾਂ 'ਚ ਗੱਲਾਂ ਆਉਂਦੀਆਂ ਨੇ, ਮੱਕੇ ਮਦੀਨੇ ਤੱਕ ਹਿੰਦੁਸਤਾਨ ਤੋਂ ਰਾਏ ਮੰਗਾਈ ਜਾਂਦੀ ਸੀ ਵੀ ਤੁਹਾਡੀ ਕੀ ਰਾਏ ਹੈ। ਔਰੰਗਜ਼ੇਬ ਜੋ ਕਹਿੰਦਾ ਸੀ ਉਹ ਉੱਥੇ ਵੀ ਮੰਨਿਆ ਜਾਂਦਾ ਸੀ, ਇਤਨਾ ਉਹਦਾ ਪ੍ਰਭਾਵ ਸੀਗਾ। ਐਸਾ ਵੱਡਾ ਉਹਨਾਂ ਦਾ ਰਾਜ ਭਾਗ ਸੀ। ਹੁਕਮ ਤੁਰਤ ਲੰਘ ਸੂਬੇ 22। ਕਹਿੰਦੇ 22 ਸੂਬੇ ਸਨ ਜਿਨ੍ਹਾਂ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਚੱਲਦਾ ਸੀ। ਹਿੰਦੁਸਤਾਨ ਦੇ ਉਸ ਵੇਲੇ ਜਿਵੇਂ ਅੱਜ ਕੱਲ੍ਹ ਪੰਜਾਬ, ਹਰਿਆਣਾ, ਯੂਪੀ, ਬਿਹਾਰ, ਬੰਗਾਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਮਿਲਨਾਡੂ, ਕੇਰਲਾ ਸੂਬੇ ਨੇ ਨਾ,
ਉਸ ਵੇਲੇ 22 ਸੂਬੇ ਸੀ ਔਰੰਗਜ਼ੇਬ ਦੇ ਹਿੰਦੁਸਤਾਨ ਦੇ ਵਿੱਚ, ਮੱਧ ਸਮੁੰਦਰ ਟਾਪੂ ਘਣੇ। ਔਰ ਸਮੁੰਦਰ 'ਚ ਕਈ ਟਾਪੂ ਸਨ ਜਿੱਥੇ ਇਹਨਾਂ ਦਾ ਪ੍ਰਬੰਧ ਚੱਲਦਾ ਸੀ। ਸਮੁੰਦਰ ਵਿੱਚ ਵੀ ਚੰਗਾ ਰਾਜ ਇਹਨਾਂ ਦਾ ਚੱਲਦਾ ਸੀ ਔਰੰਗਜ਼ੇਬ ਦਾ। ਦੱਖਣ ਪੂਰਬ ਪਰਬਤ ਸਨੇ, ਔਰ ਦੱਖਣ ਤੇ ਪੂਰਬ ਦੇ ਵਿੱਚ ਵੀ ਔਰੰਗਜ਼ੇਬ ਦਾ ਹੁਕਮ ਚੱਲਦਾ ਸੀ। ਰਈਅਤ ਹੁਤੋ ਦੇਸ਼ ਅਨੁਸਾਰੋ, ਸਾਰਾ ਹਿੰਦੁਸਤਾਨ ਉਹਨਾਂ ਦੀ ਰਈਅਤ ਸੀ। ਕਿਮ ਕਰ ਵੱਧ ਗਇਓ ਸਿੰਘਨ ਪਸਾਰੋ। ਇਹ ਹੈ ਰਤਨ ਸਿੰਘ ਜੀ, ਇੰਨਾ ਕੁਝ ਹੁੰਦਿਆਂ ਸਿੰਘ ਕਿਵੇਂ ਵੱਧ ਗਏ? ਸਰਕਾਰ ਨੂੰ ਪਤਾ ਨਹੀਂ ਲੱਗਾ? ਸਰਕਾਰ ਨੇ ਸਿੰਘ ਦਬਾਏ ਨਹੀਂ? ਸਿੰਘਾਂ ਦੀ ਤਾਕਤ ਇੰਨੀ ਕਿਵੇਂ ਬਣ ਗਈ ਕਿ ਉਹ ਮੁੱਠੀ ਭਰ ਸਿੰਘ ਪੰਜਾਬ ਦੇ ਰਾਜੇ ਬਾਦਸ਼ਾਹ ਬਣ ਗਏ? ਕਿਵੇਂ ਹੋਇਆ ਹੈ ਸਾਰਾ ਕੁਝ? ਰਈਅਤ ਉਨ ਕਿਮ ਆਕੀ ਭਈ, ਐਡਾ ਵੱਡਾ ਔਰੰਗਜ਼ੇਬ ਦਾ ਦਬਦਬਾ ਸੀ ਤੇ ਰਈਅਤ ਉਹਨਾਂ ਤੋਂ ਬਾਗੀ ਕਿਵੇਂ ਹੋ ਗਈ? ਤਿਨ ਕੀ ਫੌਜ ਕਹਾਂ ਥੀ ਗਈ। ਪ੍ਰਜਾ ਜਦੋਂ ਬਾਗੀ ਹੋਈ ਤੇ ਫੌਜ ਕਿੱਥੇ ਗਈ ਹੋਈ ਸੀ? ਕਿ ਔਰੰਗਜ਼ੇਬ ਦੀ ਫੌਜ ਸੁੱਤੀ ਪਈ ਸੀ? ਔਰੰਗਜ਼ੇਬ ਸੁੱਤਾ ਪਿਆ ਸੀ ਵੀ ਉਹਦੇ ਸੁੱਤਿਆਂ ਹੀ ਸਾਰੇ ਸਿੰਘ ਪੈਦਾ ਹੋ ਗਏ ਤੇ ਬਾਗੀ ਹੋ ਗਏ। ਕੈ ਉਨ ਸਿੰਘਨ ਖਬਰ ਨਾ ਪਾਈ, ਕੀ ਉਹ ਸਰਕਾਰ ਨੂੰ ਸਿੰਘਾਂ ਦੇ ਪੈਦਾ ਹੋਣ ਦੀ ਖਬਰ ਨਹੀਂ ਮਿਲੀ? ਸਿੰਘ ਇੰਨੇ ਹੀ ਖੁਫੀਆ ਤਰੀਕੇ ਨਾਲ ਕੰਮ ਕਰ ਗਏ ਨੇ ਵੀ ਸਰਕਾਰ ਸੁੱਤੀ ਰਹਿ ਗਈ ਹੈ। ਹਾਂਜੀ। ਕੈ ਤੁਰਕਨ ਗੁਰੂਅਨ ਬੈਰ ਨਾ ਥਾਈ, ਕਿਆ ਗੁਰੂਆਂ ਦਾ ਤੇ ਬਾਦਸ਼ਾਹ ਔਰੰਗਜ਼ੇਬ ਦੇ ਪਰਿਵਾਰ ਦਾ ਵੈਰ ਨਹੀਂ ਸੀਗਾ? ਜੇ ਵੈਰ ਹੋਵੇ ਤੇ ਬੰਦਾ ਸੁਚੇਤ ਰਹਿੰਦਾ ਹੀ ਹੈ ਨਾ। ਉਹਦੇ ਕਹਿਣ ਦਾ ਮਤਲਬ ਅੰਗਰੇਜ਼ ਇਹ ਪੁੱਛ ਰਿਹਾ ਵੀ ਤੁਸੀਂ ਵੱਧ ਕਿਵੇਂ ਗਏ? ਕੀ ਔਰੰਗਜ਼ੇਬ ਸੁੱਤਾ ਸੀ ਜਾਂ ਉਹਦਾ ਆਗੂ ਤੁਹਾਡੇ ਨਾਲ ਕੋਈ ਪਹਿਲਾਂ ਵੈਰ ਵਿਰੋਧ ਨਹੀਂ ਸੀ? ਨਾਲੇ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਗੁਰੂਆਂ ਨੂੰ ਤਤੀਆਂ ਤਵੀ ਤੇ ਪਾਇਆ, ਸ਼ਹੀਦ ਕੀਤਾ। ਫਿਰ ਇਹਦਾ ਮਤਲਬ ਉਹਨਾਂ ਦੀ ਨਿਗਾਹ ਤਾਂ ਪੂਰੀ ਹੋਣੀ ਹੈ, ਚੌਕਸੀ ਤਾਂ ਪੂਰੀ ਹੋਵੇਗੀ। ਉਹਨਾਂ ਦੀ CID ਸ੍ਰੀ ਅਨੰਦਪੁਰ ਸਾਹਿਬ ਘੁੰਮਦੀ ਹੋਏਗੀ। ਸਾਰਾ ਕੁਝ ਹੁੰਦਿਆਂ ਵੀ ਕਿਵੇਂ ਵੱਧ ਗਏ? ਕੈ ਤੁਰਕਨ ਸਿੰਘਨ ਹੋ ਗਈ ਮੀਜਾ, ਜਾਂ ਕਿ ਤੁਰਕਾਂ ਦੀ ਤੇ ਸਿੰਘਾਂ ਦੀ ਸੁਲ੍ਹਾ ਹੋ ਗਈ ਸੀ ਉਸ ਵੇਲੇ? ਵੀ ਸੁਲ੍ਹਾ ਹੋਈ ਹੋਵੇ ਨਾ ਤੇ ਫਿਰ ਬੰਦਾ ਹੌਲੇ ਹੌਲੇ ਵੱਧਦਾ ਰਹਿੰਦਾ। ਕਿਆ ਤੁਰਕਾਂ ਨੇ ਸਿੰਘਾਂ ਨੇ ਆਪਸ 'ਚ ਕੋਈ ਮਤਾ ਕਰ ਲਿਆ ਸੀ ਵੀ ਤੁਸੀਂ ਕੰਮ ਕਰੀ ਚੱਲੋ, ਅਸੀਂ ਨਹੀਂ ਤੁਹਾਨੂੰ ਕੁਝ ਕਹਿੰਦੇ? ਏਦਾਂ ਕੋਈ ਗੱਲ ਹੋਈ ਸੀ? ਹਾਂਜੀ। ਕੈ ਉਨ ਜਾਣਿਓ ਪੰਥਨ ਤੀਜਾ, ਕਿਆ ਉਹਨਾਂ ਨੇ ਤੀਜੇ ਪੰਥ ਬਾਰੇ ਜਾਣਿਆ ਨਹੀਂ? ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਇਹ ਤੀਸਰਾ ਪੰਥ ਪੈਦਾ ਹੋ ਰਿਹਾ ਹੈ, ਸਾਡੇ ਅੱਗੇ ਕੰਡੇ ਖਿਲਾਰ ਦੇਣਗੇ? ਕੈ ਉਨ ਮੈਂ ਨਾ ਥੋ ਕੋ ਸਿਆਨੋ, ਕਿਆ ਮੁਗਲਾਂ 'ਚ ਕੋਈ ਸਿਆਣਾ ਕੋਈ ਨਹੀਂ ਸੀ? ਦਿੱਲੀ ਦੇ ਵਿੱਚ, ਲਾਹੌਰ ਦੇ ਵਿੱਚ, ਪਿਸ਼ੌਰ ਦੇ ਵਿੱਚ ਵੱਡੇ ਵੱਡੇ ਸੂਬੇਦਾਰ ਬੈਠੇ ਸੀ, ਉਹ ਮੂਰਖ ਹੀ ਸੀ ਸਾਰੇ। ਵੀ ਉਹਨਾਂ ਨੇ ਖਿਆਲ ਨਹੀਂ ਕੀਤਾ ਵੀ ਸਿੰਘ ਪੈਦਾ ਹੋ ਰਹੇ ਨੇ, ਸਾਡੇ ਲਈ ਮੁਸੀਬਤ ਬਣਨਗੇ? ਤਉ ਉਨ ਨਾਹੇ ਸਿੰਘਨ ਹੋਤ ਪਛਾਨੋ, ਕਿਆ ਉਹਨਾਂ ਨੂੰ ਸਿੰਘਾਂ ਦੀ ਪਛਾਣ ਨਹੀਂ ਹੋਈ? ਇੱਕ ਤੋਂ ਇੱਕ ਸਵਾਲ ਕਰੀ ਜਾਂਦਾ। ਦੇਖੋ ਕਿ ਅੰਗਰੇਜ਼ ਦਾ ਦਿਮਾਗ ਹੈ, ਹਰ ਗੱਲ ਨੂੰ ਹਰ ਪਾਸੇ ਹਰ ਵਿਊ ਤੋਂ ਦੇਖ ਰਿਹਾ। ਉਹ ਕਹਿੰਦਾ ਕਿ ਸਿੰਘਾਂ ਦੀ ਸੁਲ੍ਹਾ ਹੋ ਗਈ ਸੀ, ਜਾਂ ਫਿਰ ਸਿੰਘਾਂ ਨੂੰ ਉਹਨਾਂ ਨੇ ਵੇਖਿਆ ਹੀ ਨਹੀਂ, ਜਾਂ ਫਿਰ ਸਿੰਘਾਂ ਨੂੰ ਮੌਕਾ ਜਾਣ ਕੇ ਦਿੱਤਾ ਉਹਨਾਂ ਨੇ? ਦੱਸੋ ਕੀ ਗੱਲ ਹੈ? ਹਾਂਜੀ। ਕੈ ਪੰਥ ਚੱਕਿਓ ਨਾ ਦਾਵੋ ਪਤਸ਼ਾਹੀ, ਜਾਂ ਫਿਰ ਉਸ ਵੇਲੇ ਸਿੰਘਾਂ ਨੇ ਰਾਜ ਕਰਿਆ, ਖਾਲਸਾ ਦਾ ਨਾਰਾ ਨਹੀਂ ਲਾਇਆ ਸੀ? ਸਿੰਘਾਂ ਨੇ ਦਾਵਾ ਨਹੀਂ ਕੀਤਾ ਉਸ ਵੇਲੇ ਵੀ ਅਸੀਂ ਪਾਤਸ਼ਾਹੀ ਕਰਾਂਗੇ? ਹੌਲੇ ਹੌਲੇ ਸਾਧ ਬਣ ਕੇ ਵੱਧਦੇ ਰਹੇ ਹੋਣ, ਏਦਾਂ ਵੀ ਹੋ ਸਕਦਾ? ਹਾਂਜੀ। ਕੈ ਉਨ ਤੈ ਪੰਥ ਭਇਓ ਲੋਕਾਹੀ, ਕੀ ਪੰਥ ਉਹਨਾਂ ਤੋਂ ਲੁਕ ਕੇ ਪੈਦਾ ਕੀਤਾ? ਗੁਰੂ ਸਾਹਿਬ ਨੇ ਛੁਪ ਕੇ ਪੈਦਾ ਕੀਤਾ ਹੈ? ਦੋਹਰਾ ਜਿਮ ਤਿਸ ਉੱਤਰ ਮੈਂ ਦਇਓ, ਸੁਨੋ ਸੋ ਗੁਰ ਸਿੱਖ। ਇਸ ਅੰਗਰੇਜ਼ ਨੇ ਸਵਾਲਾਂ ਦੀ ਵਿਛਾੜ ਹੀ ਕਰ ਦਿੱਤੀ ਹੈ। ਕਿੰਨੇ ਸਵਾਲ ਕੀਤੇ, ਦੇਖੋ ਕਿੰਨਾ ਤੇਜ਼ ਦਿਮਾਗ ਅੰਗਰੇਜ਼ ਦਾ, ਹਰ ਪੱਖ ਤੋਂ ਦੇਖਦਾ। ਕਹਿੰਦਾ ਦੱਸੋ ਇਹ ਕਿਵੇਂ ਹੋ ਗਿਆ? ਕਿਆ ਸਿੰਘ ਲੁਕ ਕੇ ਪੈਦਾ ਹੋਏ, ਜਾਂ ਸਿੰਘਾਂ ਨੂੰ ਦੇਖਿਆ ਨਹੀਂ ਮੁਗਲਾਂ ਨੇ, ਜਾਂ ਸਿੰਘਾਂ ਦੀ ਮੁਗਲਾਂ ਨਾਲ ਸੁਲ੍ਹਾ ਸੀ, ਜਾਂ ਹੋਰ ਕੋਈ ਗੱਲ ਸੀ? ਸਾਰੀਆਂ ਗੱਲਾਂ ਦੇ ਜਵਾਬ ਭਾਈ ਰਤਨ ਸਿੰਘ ਇਉਂ ਦਿੰਦੇ ਹਨ। ਜਨਮਤ ਲੁਕਿਓ ਨਾ ਪੰਥ ਯਹ, ਸੁਲੈਨ ਜਿਉ ਮੁਖ ਤਿਖ। ਉਹ ਕਹਿਣ ਲੱਗੇ ਕੈਪਟਨ ਸਾਹਿਬ, ਇਹ ਪੰਥ ਜੰਮਦਿਆਂ ਹੀ ਪ੍ਰਗਟ ਹੋ ਗਿਆ ਸੀ, ਇਹ ਲੁਕਣ ਵਾਲਾ ਨਹੀਂ। ਜਿਵੇਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ ਨਾ, ਸੂਲਾਂ ਜੰਮਦੀਆਂ ਹੀ ਤਿੱਖੀਆਂ ਹੁੰਦੀਆਂ, ਇਹ ਤਾਂ ਮੁੱਢ ਦੀ ਖੰਡੇ ਦੀ ਧਾਰ ਚੋਂ ਹੀ ਪੈਦਾ ਹੋਏ, ਲੁਕਣ ਛਿਪਣ ਵਾਲੇ ਕਿੱਥੇ ਆਏ? ਹਾਂਜੀ। ਚੌਪਈ ਸਿੰਘਨ ਪੰਥ ਕਬ ਲੁਕ ਛਿਪ ਹੋਇਓ। ਉਹ ਕੈਪਟਨ ਸਾਹਿਬ ਇਹ ਕੀ ਕਹਿ ਦਿੱਤਾ ਤੁਸੀਂ? ਇਹ ਸਿੰਘ ਕਦੀ ਲੁਕ ਸਕਦੇ ਆ? ਪੰਥ ਖਾਲਸਾ ਕਦੀ ਲੁਕਿਆ? ਇਹ ਲੁਕ ਛਿਪ ਕੇ ਨਹੀਂ ਪੈਦਾ ਹੋ ਸਕਦਾ ਸੀ। ਸਿੰਘਨ ਪੰਥੂ ਕਬ ਲੁਕੈ ਲੁਕੋਇਓ। ਸਿੰਘਾਂ ਦਾ ਪੰਥ ਲੁਕੋਇਆ ਲੁਕਣ ਵਾਲਾ ਹੀ ਨਹੀਂ ਹੈ। ਸਿੰਘਨ ਪੰਥ ਜੁੱਧ ਕੋ ਭਇਓ। ਇਹ ਤੇ ਸਿੰਘਾਂ ਦਾ ਪੰਥ ਯੁੱਧ ਵਾਸਤੇ ਹੀ ਬਣਿਆ, ਖੰਡੇ ਦੀ ਧਾਰ ਵਿੱਚੋਂ ਇਹਨੂੰ ਪੈਦਾ ਕੀਤਾ। ਇਹਦਾ ਕੰਮ ਹੀ ਖੰਡਾ ਖੜਕਾਣਾ, ਯੁੱਧ ਕਰਨਾ। ਸਿੰਘਨ ਜਨਮ ਸੰਗ ਸ਼ਸਤਰਨ ਲਇਓ। ਇਹਨਾਂ ਨੇ ਸ਼ਸਤਰਾਂ ਵਿੱਚੋਂ ਜਨਮ ਲਿਆ ਹੈ, ਤੇਗਾਂ ਤਲਵਾਰਾਂ ਤੀਰਾਂ ਵਿੱਚੋਂ। ਆਹ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਚੰਨ ਗੁਜਰੀ ਦਾ ਬੇਪਰਵਾਹ ਤੇਗਾਂ ਤੀਰਾਂ ਨਾਲ ਖੇਡਦਾ।
ਜਮੇ ਹੀ ਪਟਨੇ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਖਿਡੌਣਿਆਂ ਨਾਲ ਨਹੀਂ ਖੇਡੇ, ਤੀਗਾਂ ਤੀਰਾਂ ਨਾਲ ਖੇਡੇ ਆ, ਤੇ ਇਹਦੇ ਪੈਦਾ ਹੀ ਖੰਡੇ ਦੀ ਧਾਰ ਚ ਹੋਏ ਨੇ। ਸਿੰਘਨ ਪਾਹੁਲ ਖੰਡੇ ਕੀ ਦਈ, ਉਹ ਖਾਲਸੇ ਨੂੰ ਖੰਡੇ ਦੀ ਪੌਲ ਦਿੱਤੀ ਹੈ। ਸਿੰਘਨ ਗੁੜਤੀ ਖੰਡੇ ਕੀ ਲਈ, ਜਿਵੇਂ ਜੰਮਦੇ ਬੱਚੇ ਨੂੰ ਗੁੜਤੀ ਦਿੰਦੇ, ਜਿਹਦੀ ਗੁੜਤੀ ਦਈਏ ਨਾ ਉਹਦਾ ਅਸਰ ਹੁੰਦਾ। ਸਿਆਣੇ ਕਹਿੰਦੇ ਆ ਵੀ ਇਹਨੂੰ ਫਲਾਣੇ ਦੀ ਗੁੜਤੀ ਹੈ। ਜੇ ਕੋਈ ਬੰਦਾ ਜਿਹੜਾ ਉਹਦਾ ਸੁਭਾਅ ਬੱਚੇ ਦਾ ਨਿਕਲ ਆਵੇ ਨਾ, ਤੇ ਫਿਰ ਉਹਨੂੰ ਕਹਿੰਦੇ ਸੁਭਾਅ ਕਿੱਥੇ ਗਿਆ, ਕਹਿੰਦੇ ਉਹ ਫਲਾਣੇ ਨੇ ਗੁੜਤੀ ਦਿੱਤੀ ਸੀ, ਉਹਦੇ ਤੇ ਸੁਭਾਅ ਗਿਆ। ਕਹਿੰਦੇ ਇਹਨਾਂ ਨੂੰ ਖੰਡੇ ਨੇ ਗੁੜਤੀ ਦਿੱਤੀ ਆ, ਖੰਡੇ ਵਾਲਾ ਹੀ ਸੁਭਾਅ ਇਹਨਾਂ ਦਾ। ਸਿਰ ਪਰ ਚੱਕਰ ਕਰਦਾ ਧਾਰੈ, ਐ ਕੈਪਟਨ ਮਰੀ ਤੂੰ ਸਾਡੇ ਦਮਾਲੇ ਨਹੀਂ ਦੇਖੇ, ਉਹ ਸਾਡੇ ਦੇ ਸਿਰ ਦੇ ਉੱਤੇ ਵੀ ਖੰਡੇ ਚੱਕਰ ਲਿਸ਼ਕਦੇ ਆ। ਸਾਡੇ ਸਿਰ ਦੇ ਉੱਤੇ ਚੱਕਰ ਤੇ ਦਮਾਲੇ ਦੇ ਉੱਤੇ ਖੰਡੇ ਤੇ ਕਿਰਪਾਨਾਂ ਲੱਗੀਆਂ ਹੁੰਦੀਆਂ ਨੇ। ਕਦ ਵਹਿ ਲੁਕੈ ਜਿਮ ਛੇਰ ਨਖ ਵਾਰੈ, ਜਿਵੇਂ ਨੋਹਾਂ ਵਾਲਾ ਨੋਂਦਰਾਂ ਵਾਲਾ ਸ਼ੇਰ ਲੁਕਦਾ ਨਹੀਂ, ਉਹਦੀਆਂ ਨੋਂਦਰਾਂ ਦੱਸਦੀਆਂ ਵੀ ਇਹ ਸ਼ੇਰ ਹੈ। ਇਸੇ ਤਰ੍ਹਾਂ ਸਿੰਘਾਂ ਦੇ ਸਿਰ ਤੇ ਚੱਕਰ ਤੇ ਖੰਡੇ ਹੀ ਦੱਸਦੇ ਆ ਵੀ ਸਿੰਘ ਹਨ। ਪੰਥ ਰਚਿਓ ਇਮ ਸਤਿਗੁਰ ਪੂਰੇ, ਇਹ ਪੰਥ ਸ੍ਰੀ ਕਲਗੀਧਰ ਮਹਾਰਾਜ 10ਵੇਂ ਪਾਤਸ਼ਾਹ ਪੂਰੇ ਸਤਿਗੁਰਾਂ ਨੇ ਰਚਿਆ, ਜੇ ਆਪ ਪਰਮੇਸ਼ਰ ਦਾ ਰੂਪ ਸਨ। ਜੁਦੇ ਖਾਤਰ ਕਰਨ ਜਰੂਰੇ, ਯੁੱਧ ਵਾਸਤੇ ਰਚਿਆ ਹੈ, ਧਰਮ ਯੁੱਧ ਵਾਸਤੇ। ਅਵਰ ਬਾਸ਼ਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ, ਇੱਕ ਧਰਮ ਯੁੱਧ ਦੀ ਇੱਛਾ ਲੈ ਕੇ ਖਾਲਸਾ ਸਾਜਿਆ ਹੈ। ਬਿਨ ਜੁੱਧੈ ਕਬ ਪਈਅਤ ਪਤਸ਼ਾਹੀ, ਔਰ ਇਹ ਕੈਪਟਨ ਸਾਹਿਬ ਤੁਸੀਂ ਸਿਆਣੇ ਹੋ, ਬਿਨਾਂ ਯੁੱਧ ਦੇ ਪਾਤਸ਼ਾਹੀ ਕੌਣ ਦਿੰਦਾ ਹੈ? ਤੁਸੀਂ ਇੱਥੇ ਆ ਕੇ ਰਾਜ ਕਰ ਰਹੇ ਹੋ, ਜੰਗ ਕਰਕੇ ਕੀਤਾ ਨਾ, ਤੁਹਾਨੂੰ ਕਿਸੇ ਨੇ ਪਰੋਸ ਕੇ ਰਾਜ ਦਿੱਤਾ? ਬਿਨਾਂ ਸ਼ਸਤਰਾਂ ਦੇ ਬਿਨਾਂ ਬਲ ਦੇ ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੋ ਲੈ। ਖਾਲਸੇ ਨੇ ਤੇਗਾ ਮਾਰ ਕੇ ਰਾਜ ਲਿਆ ਹੈ। ਆਦ ਜੁੱਧੈ ਬਿਦ ਗੁਰੂ ਉਠਾਈ, ਇਹ ਮੁੱਢ ਤੋਂ ਹੀ ਗੁਰੂਆਂ ਨੇ ਯੁੱਧ ਦੀ ਵਿਧ ਬਣਾਈ। ਪਹਿਲਾਂ 6ਵੇਂ ਜਾਮੇ 'ਚ ਮੀਰੀ ਪੀਰੀ ਦੇ ਤੇਗਾ ਧਾਰ ਕੇ 4 ਜੰਗਾਂ ਲੜੀਆਂ, 10ਵੇਂ ਜਾਮੇ ਵਿੱਚ ਤੇ ਫਿਰ ਖਾਲਸਾ ਤੇਜਸਵੀ ਸੂਰਬੀਰ ਯੋਧਾ ਪੰਥ ਪੈਦਾ ਕਰ ਦਿੱਤਾ। ਦੋਹਰਾ ਗੁਰੂਆਂ ਮਦ ਪਤਸ਼ਾਹ ਤੇ ਵਧਿਓ ਹੁਤੋ ਥੋ ਬੈਰ, ਪਹਿਲਾਂ ਤੋਂ ਹੀ ਗੁਰੂਆਂ ਦਾ ਤੇ ਪਾਤਸ਼ਾਹਾਂ ਦਾ ਵੈਰ ਵਧਿਆ ਹੋਇਆ ਸੀ। ਸੁਲ੍ਹਾ ਕਿੱਥੇ ਹੋ ਸਕਦੀ ਸੀ? ਸੁਲ੍ਹਾ ਹੁੰਦੀ ਤੇ ਤਤੀ ਤਵੀ ਤੇ ਕਿਉਂ ਬਾਂਦੇ? ਸੁਲ੍ਹਾ ਹੁੰਦੀ ਤੇ ਚਾਂਦਨੀ ਚੌਂਕ 'ਚ ਕਿਉਂ ਸ਼ਹੀਦ ਕਰਦੇ? ਜੇ ਸੁਲ੍ਹਾ ਹੁੰਦੀ ਨੀਹਾਂ 'ਚ ਕਿਉਂ ਚਿਣਦੇ? ਉਹਨਾਂ ਨੇ ਜੋ ਕੁਝ ਕੀਤਾ ਸੁਲ੍ਹਾ ਦੇ ਅਨੁਸਾਰ ਤਾਂ ਨਹੀਂ ਨਾ ਕੀਤਾ, ਸੁਲ੍ਹਾ ਹੋਈ ਹੀ ਨਹੀਂ। ਹਾਂਜੀ, ਗੁਰੂ ਤੇਗ ਬਹਾਦਰ ਸਿਰ ਦਇਓ ਉਨ ਸਿੱਖ ਕਰੇ ਕਿਮ ਖੈਰ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਇਆ ਉਹ ਕਦੀ ਖੈਰ ਨਹੀਂ ਕਰ ਸਕਦੇ, ਸਾਡਾ ਭਲਾ ਨਹੀਂ ਮਨਾ ਸਕਦੇ। ਚੌਪਈ ਗੁਰ ਤੇਗ ਬਹਾਦਰ ਦੇਹ ਦਿੱਲੀ ਲਾਈ, ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾ ਕੇ ਸ਼ਹੀਦੀ ਪਾਈ ਹੈ ਚਾਂਦਨੀ ਚੌਂਕ ਵਿੱਚ 11 ਨਵੰਬਰ 1675 ਨੂੰ। ਦਿੱਲੀ ਪਤ ਉਨ ਜੜ ਉਖੜਾਈ, ਔਰ ਦਿੱਲੀ ਦੇ ਬਾਦਸ਼ਾਹ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਸ਼ਹੀਦੀ ਪਾ ਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਮੁਗਲਾਂ ਦੀ ਜੜ ਪੁੱਟ ਦਿੱਤੀ ਹੈ। ਗੁਰ ਗੋਬਿੰਦ ਸਿੰਘ 100 ਲੱਖ ਲਈ, ਸ੍ਰੀ ਕਲਗੀਧਰ ਮਹਾਰਾਜ ਜਾਣੀ ਜਾਣ ਨੂੰ ਸਾਰੀ ਗੱਲ ਸਮਝ ਲਈ, ਵੇਖ ਲਈ ਵੀ ਇਹ ਜਿਹੜੀ ਗੱਲ ਹੈ ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ। ਹੁਣ ਸ਼ਸਤਰਾਂ ਤੋਂ ਬਿਨਾਂ ਇਹਨਾਂ ਵੈਰੀਆਂ ਨੇ ਮਿੱਤਰ ਨਹੀਂ ਹੋ ਬਣਨਾ। ਅਬ ਤੁਰਕਨ ਜੜ ਸੁੱਕ ਸੋ ਗਈ, ਮਹਾਰਾਜ ਜਾਣ ਗਏ ਸਨ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੇ ਇਹਨਾਂ ਦੀ ਜੜ ਸੁਕਾ ਦਿੱਤੀ ਅੰਦਰ ਇਹਨਾਂ ਦੇ, ਕਿਉਂਕਿ ਜਦੋਂ ਪਾਪ ਆ ਜਾਂਦਾ ਤੇ ਪਾਪ ਬੰਦੇ ਦਾ ਬਲ ਘਟਾ ਦਿੰਦਾ। ਇਹਨਾਂ ਦਾ ਤਪ ਤੇਜ ਜਿਹੜਾ ਸੀ ਉਹ ਖਤਮ ਹੋ ਗਿਆ ਹੁਣ। ਪਰ ਕਟੈ ਪੱਕੈ ਬਿਨ ਗਿਰੈ ਸੋ ਨਾਹੇ, ਪਰ ਜਿੰਨਾ ਚਿਰ ਇਹਨੂੰ ਪੱਕਦੀ ਨਹੀਂ ਉਹਨਾਂ ਚਿਰ ਤੇ ਨਹੀਂ ਨਾ ਡਿੱਗਣੀ। ਜਦੋਂ ਪੂਰੀ ਤਰ੍ਹਾਂ ਪੱਕ ਜਾਏਗੀ ਦਰਖਤਾਂ ਨੂੰ ਪੱਕ ਕੇ ਫਲ ਡਿੱਗ ਪੈਂਦਾ। ਇਦਾਂ ਇਹਨਾਂ ਦੇ ਪਾਪਾਂ ਦਾ ਫਲ ਹੁਣ ਪੱਕਣ ਵਾਲਾ, ਤੇ ਜਦੋਂ ਪੂਰਾ ਪੱਕ ਗਿਆ ਫਿਰ ਡਿੱਗ ਪਏਗਾ। ਅਕੈ ਗਿਰੇ ਵੱਡ ਪੌਣ ਵਗਾਹੇ, ਜਾਂ ਕੋਈ ਤੂਫਾਨ ਆਏਗਾ ਵੱਡਾ ਸਾਰਾ ਤੇ ਇਹ ਫਲ ਇਹ ਦਰਖਤ ਜੜੋਂ ਪੁੱਟਿਆ ਜਾਏਗਾ। ਅਬ ਇਨ ਪਰ ਪੌਣ ਖੰਡੇ ਚਲਵਈਆ, ਹੁਣ ਫਿਰ ਤੂਫਾਨ ਲਿਆ ਹੀ ਏ। ਤੂਫਾਨ ਕਿਹੜਾ ਆਵੇਗਾ? ਖੰਡੇ ਦਾ। ਹੁਣ ਖੰਡੇ ਦੀ ਹਵਾ ਚੱਲੇਗੀ। ਮਾਰ ਇਸੈ ਢੱਬ ਇਨੈ ਗਿਰਈਆ, ਹੁਣ ਇਸੇ ਤਰੀਕੇ ਨਾਲ ਇਹ ਦਰਖਤ ਢਾਇਆ ਜਾਏਗਾ ਤੁਰਕਾਂ ਮੁਗਲਾਂ ਦਾ। ਤਉ ਸਤਿਗੁਰ ਨਿਜ ਫੜ ਤਲਵਾਰ, ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਗ ਫੜ ਲਈ। ਅਬ ਲਈਐ ਪਤ ਸਾਹੀ ਤੁਰਕਨ ਮਾਰ, ਮਹਾਰਾਜ ਕਹਿੰਦੇ ਖਾਲਸਾ ਜੀ ਤਗੜੇ ਹੋ ਜਾਓ, ਤੁਹਾਨੂੰ ਰਾਜ ਲੈ ਕੇ ਦੇਾਂਗੇ। ਤੇਗਾਂ ਮਾਰੋ ਤੇ ਰਾਜ ਲਵੋ। ਤਾਂ ਕਲਗੀਧਰ ਪਾਤਸ਼ਾਹ ਦੇ ਬਚਨ ਸਨ ਸੂਰਮੇ ਦੀਆਂ ਦੋਵਾਂ ਬਾਹਾਂ ਦੇ ਵਿੱਚ ਦੋਵਾਂ ਜਹਾਨਾਂ ਦੇ ਸੁੱਖ ਲਟਕਦੇ ਡੋਲਿਆਂ ਦੇ ਨਾਲ। ਸ਼ਹੀਦੀ ਪਾ ਜਾਵੇ ਤੇ ਸੱਚਖੰਡ ਦਾ ਸੁੱਖ, ਜੇ ਉਹ ਸੂਰਮਾ ਜੰਗ ਜਿੱਤ ਜਾਵੇ ਤੇ ਰਾਜ ਦਾ ਸੁੱਖ। ਕਹਿੰਦੇ ਦੋਵੇਂ ਪਾਸੇ ਲੱਡੂ ਹਨ। ਸੋ ਮਹਾਰਾਜ 10ਵੇਂ ਪਾਤਸ਼ਾਹ ਸਿੰਘਾਂ ਨੂੰ ਇੰਨਾ ਬਲ ਦਿੱਤਾ ਹੈ। ਫਿਰ ਸਤਿਗੁਰ ਚਿਤ ਐਸ ਵਿਚਾਰੀ, ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਮਹਾਰਾਜ ਨੇ ਵਿਚਾਰ ਕੀਤੀ ਹੈ। ਹਮ ਕਿਆ ਕਰਨੀ ਸ਼ਾਹੀ ਨਿਕਾਰੀ, ਅਸੀਂ ਇਹ ਨਕਾਰੀ ਬਾਦਸ਼ਾਹੀ ਕਰਨੀ ਕੀ ਹੈ? ਅਸੀਂ ਥੋੜਾ ਰਾਜ ਲੈਣਾ।
ਸਾਨੂੰ ਤਾਂ ਦਰਗਾਹੀ ਪਾਤਸ਼ਾਹੀਆਂ ਮਿਲੀਆਂ ਹੋਈਆਂ ਨੇ, ਲੱਖਾਂ ਪਾਤਸ਼ਾਹੀਆਂ ਚਰਨ ਚੁੰਮਦੀਆਂ ਹਨ। ਉਹਨਾਂ ਨੇ ਇਹ ਦੁਨਿਆਵੀ ਦਿੱਲੀ ਦਾ, ਲਾਹੌਰ ਦਾ ਰਾਜ ਕੀ ਕਰਨਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸ੍ਰੀ ਨਾਨਕ ਗੱਦੀ ਹਮ ਚਾਹੇ ਘਰੀ। ਸਾਡੇ ਕੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ, ਵੱਡਾ ਤਖਤ ਹੈ, ਵੱਡਾ ਰਾਜ ਹੈ, ਇਹਦੇ ਬਰਾਬਰ ਸੰਸਾਰ ਦੀ ਕੋਈ ਬਾਦਸ਼ਾਹ ਨਹੀਂ ਹੈ। ਜਿਸੈ ਪਤਸ਼ਾਹੀ ਚਰਨੀ ਪਰੀ। ਉਹ ਗੁਰੂ ਨਾਨਕ ਸਾਹਿਬ ਜਿਹਦੇ ਅੱਗੇ ਵੱਡੇ ਵੱਡੇ ਰਾਜੇ, ਮਹਾਰਾਜੇ, ਬਾਬਰ ਵਰਗੇ ਆ ਕੇ ਮੱਥਾ ਟੇਕਿਆ ਕਰਦੇ ਸਨ। ਹਮੈ ਪਤਸ਼ਾਹੀ ਕੀ ਕਿਆ ਪਰਵਾਹੇ। ਸ੍ਰੀ ਕਲਗੀਧਰ ਕਹਿੰਦੇ ਸਾਨੂੰ ਪਾਤਸ਼ਾਹੀ ਦੀ ਕੀ ਲੋੜ ਹੈ, ਅਸੀਂ ਪਾਤਸ਼ਾਹੀ ਕੀ ਕਰਨੀ ਹੈ। ਦੇ ਪਤਸ਼ਾਹੀ ਨਫਰਨ ਉਠਾਏ। ਅਸੀਂ ਆਪਣੇ ਸੇਵਕਾਂ ਨੂੰ ਬਾਦਸ਼ਾਹੀ ਲੈ ਕੇ ਦਿਆਂਗੇ, ਅਸੀਂ ਆਪ ਰਾਜ ਨਹੀਂ ਕਰਨਾ। ਆਪ ਰਾਜ ਦੀ ਇੱਛਾ ਨਹੀਂ ਕਲਗੀਧਰ ਜੀ ਨੇ ਕੀਤੀ, ਆਪਣੇ ਗਰੀਬ ਸਿੱਖਾਂ ਨੂੰ ਰਾਜ ਦਿਵਾਉਣ ਦੀ ਸੋਚਣ ਲੱਗੇ ਹਨ। ਦੋਹਰਾ ਸਤਿਗੁਰ ਚਿਤ ਮਦ ਇਮ ਠਟੀ। ਇਸ ਤਰ੍ਹਾਂ ਮਹਾਰਾਜ ਨੇ ਆਪਣੇ ਮਨ 'ਚ ਸੋਚਿਆ, ਦਈਐ ਰਾਜਨ ਰਾਜ ਉਠਾਏ। ਮਹਾਰਾਜ ਕਹਿੰਦੇ ਹੁਣ ਇਹਨਾਂ ਰਾਜਿਆਂ ਨੂੰ ਪਹਿਲਾਂ ਸਲਾਹ ਕੀਤੀ, ਰਵਾਲਸਰ ਦੀ ਧਰਤੀ ਹੈ, ਕਦੀ ਤੁਸੀਂ ਮਨੀਕਰਨ ਸਾਹਿਬ ਜਾਓ, ਰਸਤੇ ਵਿੱਚ ਰਵਾਲਸਰ ਆਉਂਦਾ ਹੈ, ਉੱਥੇ ਸਤਿਗੁਰੂ ਮਹਾਰਾਜ ਵਿਸਾਖੀ ਦੇ ਮੇਲੇ ਤੇ ਗਏ ਤੇ ਉੱਥੇ 22 ਧਾਰ ਦੇ ਰਾਜਿਆਂ ਨੂੰ ਸੱਦ ਕੇ ਮੀਟਿੰਗ ਕੀਤੀ ਕਲਗੀਧਰ ਪਾਤਸ਼ਾਹ ਨੇ। ਆ ਜਿਹੜੇ ਸਵਈਏ ਸ਼ਰਾਬ ਸੁੱਧ ਸਮੂਹ ਸਿਧਾਨ ਕੇ, ਇਹ ਵੀ ਉੱਥੇ ਉਹਨਾਂ ਨੂੰ ਸੁਣਾਏ ਮਹਾਰਾਜ ਨੇ। ਉੱਥੇ ਹੀ ਸਤਿਗੁਰਾਂ ਨੇ ਰਾਜਿਆਂ ਨੂੰ ਇਹ ਗੱਲ ਸਮਝਾਈ ਵੀ ਤੁਹਾਨੂੰ ਹਿੰਦੁਸਤਾਨ ਦਾ ਰਾਜ ਲੈ ਦਈਏ, ਦਿੱਲੀ ਦਾ ਤਖਤ ਲੈ ਦਈਏ, ਤੁਸੀਂ ਹਿੰਦੂ ਰਾਜੇ ਛਤਰੀ ਹੋ, ਸੂਰਬੀਰ ਬਹਾਦਰ ਯੋਧੇ ਹੋ, ਤੇਗਾਂ ਫੜੋ ਸਾਡੇ ਨਾਲ ਚੱਲੋ, ਤੁਹਾਨੂੰ ਦਿੱਲੀ ਦਾ ਤਖਤ ਲੈ ਦਿੰਦੇ ਆ। ਇਹ ਮੁਗਲਾਂ ਦੀ ਗੁਲਾਮੀ ਤੇ ਛੱਡ ਨੂੰ ਲਾ ਦਿਓ, ਆਜ਼ਾਦ ਹੋ ਜਾਓ, ਹਿੰਦੁਸਤਾਨ ਨੂੰ ਆਜ਼ਾਦ ਕਰਾ ਲਓ। ਜਦੋਂ ਕਲਗੀਧਰ ਪਾਤਸ਼ਾਹ ਨੇ ਇਹ ਵਿਚਾਰ ਕੀਤੀ ਸੀ, ਉਹਦਾ ਇਸ਼ਾਰਾ ਇੱਥੇ ਭਾਈ ਰਤਨ ਸਿੰਘ ਜੀ ਦੇ ਰਹੇ ਨੇ। ਸਭ ਰਾਜਨ ਇਹ ਪਰਬਤੀ ਦਈਐ ਖੰਡੋ ਫੜਵਾਏ। ਮਹਾਰਾਜ ਨੇ ਵਿਚਾਰ ਕੀਤੀ, ਪਹਾੜੀ ਰਾਜੇ, ਰਾਜਪੂਤ ਰਾਜੇ ਹਨ, ਖਾਨਦਾਨੀ ਸੂਰਮੇ ਹਨ, ਇਹਨਾਂ ਨੂੰ ਤੇਗੇ ਫੜਾ ਦਈਏ, ਖੰਡੇ ਫੜਾ ਦਈਏ। ਚਾਓ ਪਈ ਫਿਰ ਸਤਿਗੁਰ ਚਿਤ ਸੋਝੀ ਆਈ। ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਨਾ ਵੀ ਤੁਸੀਂ ਖੰਡੇ ਦਾ ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ, ਉਹ ਕਹਿੰਦੇ ਜੀ ਅਸੀਂ ਨੀਵੀਆਂ ਜਾਤਾਂ ਦੇ ਨਾਲ ਨਹੀਂ ਬਹਿ ਕੇ ਅੰਮ੍ਰਿਤ ਛਕਣਾ। ਤਾਂ ਸਤਿਗੁਰਾਂ ਨੇ ਵਿਚਾਰ ਕੀਤੀ, ਇਹ ਕਬ ਸਿੱਖ ਬਣੈ ਹਮ ਆਈ। ਇਹ ਰਾਜਪੂਤ ਰਾਜੇ ਹੰਕਾਰੀ ਨੇ, ਮਾਇਆ ਧਾਰੀ, ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕੁਚੋਲਾ। ਇਹ ਕਦੋਂ ਗੁਰੂ ਨਾਨਕ ਦੇ ਸਿੱਖ ਬਣਨਗੇ। ਮੁਖਤ ਨਿਆਮਤ ਇਨ ਕਮ ਦਈ ਇਨ ਕਿਮ ਦਈਐ। ਮੁਫਤ ਦੀ ਨਿਆਮਤ ਇਹਨਾਂ ਨੂੰ ਕਿਉਂ ਦਈਏ, ਇਹਨਾਂ ਨੂੰ ਕਿਉਂ ਵਡਿਆਈ ਦਈਏ ਜੇ ਲੈਣ ਜੋਗੇ ਹੀ ਨਹੀਂ। ਇਹ ਤੇ ਹੰਕਾਰ ਦੇ ਵਿੱਚ ਆਫਰੇ ਫਿਰਦੇ ਵੀ ਅਸੀਂ ਵੱਡੇ ਆ, ਵੱਡੇ ਆ, ਆਪਣੇ ਆਪ ਨੂੰ ਵੱਡਾ ਕਵਾਉਂਦੇ ਆ। ਉਧਰੋਂ ਮੁਗਲਾਂ ਦੀ ਗੁਲਾਮੀ ਦੀ ਛੱਟ ਗਲ ਪਾਈ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈਜਬ ਮਾਲੀ, ਧਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰਕਾਂ ਭਾਈ। ਰਹਿਣਾ ਸਹਿਣਾ ਇਹਨਾਂ ਦਾ ਸਾਰਾ ਮੁਸਤੁਰਕਾਂ ਵਾਲਾ ਹੀ ਹੋ ਗਿਆ ਅੰਦਰ। ਉੱਤੋਂ ਕਹਿਣ ਨੂੰ ਹਿੰਦੂ ਹਨ, ਪਰ ਵਿੱਚ ਮੁਸਲਮਾਨਾਂ ਵਾਲੀ ਹੀ ਗੁਲਾਮੀ ਆ ਗਈ ਇਹਨਾਂ ਦੇ। ਕਿਮ ਪੁੱਤ ਬੇਗਾਨੇ ਮੁਖ ਚੁਮਈਐ। ਆਹ ਕਲਗੀਧਰ ਕਹਿੰਦੇ ਬਗਾਨੇ ਪੁੱਤਾਂ ਦਾ ਮੂੰਹ ਚੁੰਮਣ ਦੀ ਕੀ ਲੋੜ, ਅਸੀਂ ਆਪਣਿਆਂ ਦਾ ਚੁੰਮਾਂਗੇ। ਕਿਤ ਮੂੰਹ ਪੁੱਤ ਬੇਗਾਨੇ ਮੂੰਹ ਚੁੰਮਈਏ, ਬਗਾਨੇ ਦਾ ਮੂੰਹ ਚੁੰਮੀਏ ਤੇ ਉਹ ਵੀ ਸੁੱਤੇ ਪਿਆ। ਉਹ ਕਹਿੰਦੇ ਵੀ ਜੇ ਕਿਸੇ ਦਾ ਮੂੰਹ ਵੀ ਚੁੰਮੀਏ ਤੇ ਸੁੱਤੇ ਪਿਆ ਚੁੰਮ ਲਈ, ਉਹਨੂੰ ਕੀ ਪਤਾ ਮੇਰਾ ਮੂੰਹ ਚੁੰਮਿਆ। ਇਹ ਸੁੱਤੇ ਹੀ ਨੇ, ਇਹਨਾਂ ਨੂੰ ਰਾਜ ਦਵਾ ਵੀ ਦਿਆਂਗੇ। ਇਹਨਾਂ ਨੇ ਤਾਂ ਸਾਡਾ ਧੰਨਵਾਦ ਥੋੜਾ ਕਰਨਾ ਵੀ ਗੁਰੂ ਨੇ ਤੇ ਸਾਨੂੰ ਦਵਾਇਆ ਕੁਝ। ਹਾਂਜੀ, ਓਏ ਪੱਥਰ ਪੂਜਕ ਭੇਜਣਾ ਨੀਰੋ। ਇਹ ਪੱਥਰ ਪੱਥਰਾਂ ਨੂੰ ਪੂਜ ਕੇ ਚਿੱਤ ਵੀ ਇਹਨਾਂ ਦੇ ਪੱਥਰ ਹੋ ਚੁੱਕੇ ਪਹਾੜੀਆਂ ਦੇ। ਇਹਨਾਂ ਦਾ ਜਿਵੇਂ ਪੱਥਰ ਪਾਣੀ 'ਚ 100 ਸਾਲ ਪਿਆ ਰਿਹਾ, ਭਿੱਜਦਾ ਨਹੀਂ, ਇਹਨਾਂ ਦਾ ਚਿੱਤ ਵੀ ਭਿੱਜਦਾ ਕੋਈ ਨਹੀਂ। ਓਏ ਆਦ ਕ੍ਰਿਤ ਘਣ ਘਰ ਗੁਰ ਤੀਰੋ। ਇਹਦੇ ਪਹਾੜੀ ਰਾਜੇ ਨੇ, ਅਕਿਰਤ ਘਣ ਨੇ। ਗੁਰੂ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਨੇ ਭੀਮ ਚੰਦ ਦੇ ਦਾਦੇ ਰਾਜਾ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ 'ਚ ਛੁਡਾ ਕੇ ਲਿਆਂਦਾ ਸੀਗਾ। 52 ਰਾਜੇ ਛੁਡਾਏ ਸੀ ਨਾ। ਭੀਮ ਚੰਦ ਦਾ ਜਿਹੜਾ ਦਾਦਾ ਸੀਗਾ ਤਾਰਾ ਚੰਦ, ਉਹਨੂੰ ਮਹਾਰਾਜ 6ਵੇਂ ਪਾਤਸ਼ਾਹ ਉਹਨਾਂ 52 ਰਾਜਿਆਂ ਦੇ ਵਿੱਚ ਲੈ ਕੇ ਆਏ ਸੀ ਕਲੂਰ ਦੇ ਰਾਜੇ। ਇਸੇ ਕਰਕੇ ਤਾਰਾ ਚੰਦ ਦੇ ਭੋਗ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ। ਜਦੋਂ ਤਾਰਾ ਚੰਦ ਦੀ ਮੌਤ ਹੋਈ ਹੈ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੇ ਗਏ ਨੇ ਤੇ ਉੱਥੇ ਰਾਜਾ ਦੀਪ ਚੰਦ ਜਿਹੜਾ ਭੀਮ ਚੰਦ ਦਾ ਪਿਓ ਸੀ, ਉਹਨੂੰ ਪੱਗ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਾਈ ਹੈ 9ਵੇਂ ਪਾਤਸ਼ਾਹ। ਤੇ ਤਾਰਾ ਚੰਦ ਦੀ ਘਰ ਵਾਲੀ ਜਿਹੜੀ ਮਹਾਰਾਜ ਦੀ ਪ੍ਰੇਮਣ ਸੀ, ਗੁਰੂ ਘਰ ਦੀ ਬਿਰਧ ਮਾਤਾ, ਉਹਨੂੰ ਰਾਜ ਮਾਤਾ ਲਈ। ਉਹ ਰਾਜ ਮਾਤਾ ਨੇ ਆਨੰਦਪੁਰ ਸਾਹਿਬ ਦੀ ਜ਼ਮੀਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਕੀਤੀ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਰਾਣੀ, ਅਸੀਂ ਇਹ ਜਿਹੜੀ ਜਗ੍ਹਾ ਹੈ ਨਾ, ਅਸੀਂ ਏਦਾਂ ਨਹੀਂ ਲੈਣੀ, ਸਾਨੂੰ ਤੂੰ ਲਿਖ ਕੇ ਦੇ ਤੇ ਅਸੀਂ ਇਹਦੇ ਪੈਸੇ ਦੇਣੇ ਆ।
ਉਹ ਕਹਿੰਦੀ ਮਹਾਰਾਜ ਪੈਸੇ ਨਹੀਂ ਮੈਂ ਲੈਣੇ, ਇਹ ਸਾਰੀ ਜ਼ਮੀਨ 500 ਕਿੱਲਾ ਜਾਂ ਜਿੰਨੀ ਵੀ ਜ਼ਮੀਨ ਹੈ 5-6 ਮੀਲ ਹੈ, ਇਹ ਸਾਰਾ ਤੁਹਾਡਾ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ, ਪੈਸੇ ਦੇਾਂਗੇ ਅਸੀਂ। ਉਹਨੇ ਆਖਿਆ ਚਲੋ ਮਹਾਰਾਜ ਤੁਸੀਂ 500 ਰੁਪਈਆ ਦੇ ਦਿਓ, ਬਹੁਤਾ ਨਹੀਂ। 500 ਰੁਪਈਆ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ। ਮਾਤਾ ਨਾਨਕੀ ਜੀ ਦੇ ਨਾਂ ਤੇ ਰਜਿਸਟਰੀ ਹੋਈ, ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ। ਇਸ ਕਰਕੇ ਜਗ੍ਹਾ ਦਾ ਪੁਰਾਣਾ ਨਾਮ ਜਿਹੜਾ ਸਰਕਾਰੀ ਕਾਗਜ਼ਾਂ 'ਚ ਹੈ ਚੱਕ ਮਾਤਾ ਨਾਨਕੀ ਅਨੰਦਪੁਰ ਸਾਹਿਬ ਦਾ ਪਹਿਲਾ। ਉਸ ਤੋਂ ਪਹਿਲਾਂ ਮਾਖੋਵਾਲ ਹੈ, ਫਿਰ ਇਹਦਾ ਨਾਮ ਹੈ ਚੱਕ ਮਾਤਾ ਨਾਨਕੀ, ਬਾਅਦ ਜਿਹਨੂੰ ਕਹਿੰਦੇ ਅਨੰਦਪੁਰ ਸਾਹਿਬ। ਸੋ ਇਹ ਜਿਹੜੀ ਜਗ੍ਹਾ ਹੈ ਰਾਜੇ ਤਾਰਾ ਚੰਦ ਦੀ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਕੀਤੀ ਸੀ, ਉੱਥੇ ਅਨੰਦਪੁਰ ਸਾਹਿਬ ਵਸੇ। ਦੀਪ ਚੰਦ ਵੀ ਸ਼ਰਧਾ ਰੱਖਦਾ ਰਿਹਾ। ਉਹਦਾ ਪੁੱਤਰ ਭੀਮ ਚੰਦ ਜਦੋਂ ਰਾਜਾ ਬਣਿਆ ਨਾ, ਉਹ ਵਿਰੋਧੀ ਬਣ ਗਿਆ, ਵੀ ਗੁਰੂ ਸਾਹਿਬ ਦੀ ਚੜ੍ਹਤ ਵੇਖ ਕੇ ਤੇ ਵੈਰੀ ਬਣ ਗਏ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੋਚਦੇ ਵੀ ਬਗਾਨੇ ਪੁੱਤਰਾਂ ਦਾ ਮੂੰਹ ਚੁੰਮਣ ਦਾ ਕੀ ਫਾਇਦਾ, ਇਹਨਾਂ ਨੂੰ ਰਾਜ ਦਵਾ ਵੀ ਦਿੱਤਾ, ਇਹਨਾਂ ਨੇ ਕੋਈ ਸਾਡਾ ਸ਼ੁਕਰਾਨਾ ਥੋੜਾ ਕਰਨਾ। ਇਹ ਕਹਿਣਗੇ ਅਸੀਂ ਤਾਂ ਪਹਿਲਾਂ ਹੀ ਰਾਜੇ ਸੀਗੇ। ਰਜਪੂਤ ਸਦਾਵੈਂ ਆਪ ਸਿਪਾਹੀ, ਅਸੀਂ ਤਾਂ ਸਿਪਾਹੀ ਸੀ, ਲੜਾਕੇ ਸੀ, ਸੂਰਬੀਰ ਸੀ, ਰਾਜਪੂਤ ਸੀ, ਅਸੀਂ ਤਾਂ ਆਪੇ ਹੀ ਰਾਜ ਲੈ ਲਿਆ। ਇਹ ਨਹੀਂ ਕਹਿਣਾ ਵੀ ਸਾਨੂੰ ਗੁਰੂ ਕਲਗੀਧਰ ਨੇ ਦਿੱਤਾ। ਹਾਂਜੀ, ਓਏ ਕਹੈ ਕਦੋ ਗੁਰ ਦਈ ਪਤ ਸਾਹੀ, ਹੰਕਾਰ ਇਹਨਾਂ ਨੂੰ ਆਪਣੀ ਰਾਜਪੂਤੀ ਦਾ, ਤੇ ਇਹ ਕਹਿਣਗੇ ਵੀ ਸਾਨੂੰ ਗੁਰੂ ਨੇ ਨਹੀਂ ਦਿੱਤਾ। ਗੁਰੂ ਨੇ ਕੀ ਦਿੱਤਾ? ਅਸੀਂ ਤੇ ਆਪ ਹੀ ਰਾਜੇ ਬਣ ਗਏ। ਅਬ ਦਈਐ ਪਤ ਸ਼ਾਹੀ ਗਰੀਬਨ ਉਠਾਏ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹਨਾਂ ਨੂੰ ਨਹੀਂ, ਗਰੀਬਾਂ ਨੂੰ ਰਾਜ ਦੇਾਂਗੇ, ਗਰੀਬਾਂ ਨੂੰ। ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਪੀ ਨਹੀਂ ਕਦਾਹੀ, ਉਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਹਾਂਜੀ, ਵੈ ਜਾਣੈ ਗੁਰ ਦਈ ਹੈ ਮਾਏ, ਉਹ ਸਮਝਣਗੇ, ਸ਼ੁਕਰਾਨਾ ਕਰਨਗੇ ਕਿ ਸਾਨੂੰ ਗੁਰੂ ਕਲਗੀਆਂ ਵਾਲੇ ਨੇ ਬਾਦਸ਼ਾਹੀਆਂ ਤੇ ਸਰਦਾਰੀਆਂ ਦਿੱਤੀਆਂ ਨੇ। ਦੋਹਰਾ ਦਈ ਚੀਜ਼ ਚਾਹੇ ਗਰੀਬ ਕਉ, ਕਿਉ ਅਤ ਦਈਐ ਅਖਾਏ। ਕਹਿੰਦੇ ਗਰੀਬ ਨੂੰ ਚੀਜ਼ ਦੇਣੀ ਚਾਹੀਦੀ ਹੈ, ਜਿਹੜਾ ਉਸ ਦੀ ਕਦਰ ਵੀ ਕਰਦਾ, ਉਹਨੂੰ ਸਾਂਭਦਾ ਵੀ ਹੈ, ਉਹਦਾ ਸ਼ੁਕਰਾਨਾ ਵੀ ਕਰਦਾ। ਹਾਂਜੀ, ਯਹ ਦਇਆਵਾਨ ਘਰ ਗੁਰੂ ਕੋ, ਅਰ ਗਰੀਬ ਨਿਵਾਜ ਅਵਾਏ। ਨਾਲੇ ਗੁਰੂ ਨਾਨਕ ਦਾ ਘਰ ਗਰੀਬ ਨਿਵਾਜਾਂ ਦਾ ਘਰ ਹੈ, ਤੇ ਜੇ ਅਸੀਂ ਗਰੀਬਾਂ ਨੂੰ ਨਾ ਨਿਵਾਜਿਆ ਤੇ ਰਾਜਿਆਂ ਨੂੰ ਰਾਜ ਦੇ ਦਿੱਤਾ, ਰੱਜਿਆਂ ਨੂੰ ਰਜਾਣ ਦਾ ਕੀ ਫਾਇਦਾ ਹੋਇਆ। ਹਾਂਜੀ, ਚਾਉ ਪਈ 7 ਸਨਾਤ ਔ 12 ਜਾਤ, 7 ਸਨਾਤਾਂ ਨੇ ਤੇ 12 ਜਾਤਾਂ ਨੇ। ਇੱਕ ਪੁਰਾਣੇ ਬਜ਼ੁਰਗਾਂ ਨੇ ਜਿਵੇਂ ਮੰਨਿਆ, 7 ਛੋਟੀਆਂ ਸਨਾਤ ਕਹਿੰਦੇ ਨੀਵੀਆਂ ਜਾਤਾਂ ਨੂੰ, ਤੇ 12 ਵੱਡੀਆਂ ਜਾਤਾਂ ਨੇ। ਜਾਨ ਨਹਿ ਰਾਜਨੀਤ ਕੀ ਬਾਤ, ਇਹ ਜਿਹੜੀਆਂ ਜਾਤਾਂ ਨੇ 12 ਜਾਤਾਂ ਤੇ 7 ਸਨਾਤਾਂ, ਇਹ ਰਾਜਨੀਤੀ ਨਹੀਂ ਜਾਣਦੀਆਂ। ਜੱਟ ਬੂਟ ਕਹਿ ਜਿਹ ਜਗ ਮਾਹੀ, ਜਿਨ੍ਹਾਂ ਨੂੰ ਲੋਕ ਜੱਟ ਬੂਟ ਕਹਿੰਦੇ ਆ, ਵੀ ਇਹ ਰਾਜਨੀਤੀ ਨਹੀਂ ਸਮਝਦੇ। ਬਣੀਏ ਬਕਾਲ ਕਿਰਾੜ ਖੱਤਰੀ ਸਦਾਈ, ਬਾਣੀਏ ਬਕਾਲ ਕਿਰਾੜ ਖੱਤਰੀ, ਇਹ ਜਾਤਾਂ ਜਿਹੜੀਆਂ ਉਸ ਵੇਲੇ ਛੋਟੀਆਂ ਸਮਝਣ ਲੱਗ ਪਏ ਸੀ, ਵੀ ਇਹ ਲੋਕ ਜਿਹੜੇ ਨੇ ਗਰੀਬ ਨੇ, ਇਹਨਾਂ ਨੂੰ ਕੀ ਪਤਾ ਰਾਜਨੀਤੀ ਕੀ ਹੁੰਦੀ ਹੈ, ਰਾਜ ਕੀ ਹੁੰਦਾ। ਮੁਗਲ ਇਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ। ਲੋਹਾਰ ਤਰਖਾਨ ਹੁਤ ਜਾਤ ਕਮੀਨੀ, ਲੋਹਾਰ ਤੇ ਤਰਖਾਨ ਜਿਨ੍ਹਾਂ ਨੂੰ ਕੰਮੀ ਕਮੀਨੀ ਸਮਝੇ, ਵੀ ਕੰਮ ਕਰਨ ਵਾਲੇ ਨੇ, ਇਹ ਕੀ ਜਾਣਦੇ ਰਾਜ ਭਾਗ ਕੀ ਹੁੰਦਾ। ਛੀਪੋ ਕਲਾਲ ਨੀਚਨ ਪੈ ਕਿਰਪਾ ਕੀਨੀ, ਛਿੰਬੇ ਤੇ ਕਲਾਲ, ਛਿੰਬੇ ਜਿਹੜੇ ਕੱਪੜਾ ਰੰਗਦੇ ਆ, ਜੁਲਾਏ ਜਿਹੜੇ ਕੱਪੜਾ ਬੁਣਦੇ ਆ, ਕਲਾਲ ਹੁੰਦੇ ਜਿਹੜੇ ਸ਼ਰਾਬ ਕੱਢਦੇ। ਗਰੀਬ ਜਾਤ ਹੁੰਦੀ ਹੈ ਕਲਾਲਾਂ ਦੀ, ਸ਼ਰਾਬ ਕੱਢ ਕੇ ਆਪਣਾ ਗੁਜ਼ਾਰਾ ਕਰਦੇ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸੁਲਤਾਨੁਲ ਕੌਮ ਉਸੇ ਬਰਾਦਰੀ ਚੋਂ ਪੈਦਾ ਹੋਏ। ਸੋ ਕਲਾਲ ਨੀਚਨ ਪੈ ਕਿਰਪਾ ਕੀਨੀ, ਇਹਨਾਂ ਨੀਵਿਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਟੁੱਟ ਪਏ ਹਨ, ਕਿਰਪਾ ਕਰ ਰਹੇ ਨੇ ਖਾਲਸੇ ਤੇ। ਗੁੱਜਰ ਗਵਾਰ ਹੀਰ ਕਮ ਜਾਤ, ਗੁੱਜਰ ਜਿਹੜੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਨੇ, ਗਵਾਰ ਜਾਤੀ ਗੂਜਰੀ ਜਾਤ ਗਵਾਰ, ਜਾਂ ਸੋ ਪਾਏ ਆਪਣਾ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ, ਡੰਗਰਾਂ ਤੋਂ ਬਿਨਾਂ ਦੁੱਧ ਚੋ ਲੈਣਾ, ਪੱਠੇ ਪਾ ਲੈਣੇ, ਇਹੀ ਪਤਾ ਹੁੰਦਾ। ਗੁੱਜਰ ਗਵਾਰ ਤੇ ਹੀਰ ਕਮਜਾਤ, ਅਹੀਰ ਜਿਨ੍ਹਾਂ ਵਿੱਚ ਗਵਾਲੇ ਕਹੇ ਜਾਂਦੇ, ਅਹੀਰ ਤੇ ਕਮਜਾਤ ਨੀਵੀਆਂ ਜਾਤਾਂ ਸਾਰੀਆਂ ਹੀ। ਕੰਬੋਏ ਸੂਦਨ ਕੋਈ ਪੁੱਛੈ ਨਾ ਬਾਤ, ਕੰਬੋ ਤੇ ਸੂਦਨ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਝੀਵਰ ਨਾਈ ਰੋੜੇ ਕੁਮਿਆਰ, ਝੀਵਰ ਤੇ ਨਾਈ, ਅਰੋੜੇ ਤੇ ਕੁਮਿਆਰ ਜਿਹੜੇ ਭਾਂਡੇ ਮਿੱਟੀ ਦੇ ਬਣਾਉਂਦੇ ਨੇ। ਸਾਇਨੀ ਸੁਨਿਆਰੇ ਚੂੜੇ ਚਮਿਆਰ, ਸੋਇਨੀ ਸੁਨਿਆਰੇ ਸੋਨੇ ਦਾ ਕੰਮ ਕਰਨ ਵਾਲੇ, ਤੇ ਚੂੜੇ ਤੇ ਚਮਿਆਰ। ਭੱਟ ਔ ਬਾਹਮਣ ਹੁਤੇ ਮੰਗਵਾਰ, ਆ ਭੱਟ ਤੇ ਬਾਹਮਣ ਜਿਹੜੇ ਮੰਗ ਕੇ ਖਾਂਦੇ ਨੇ। ਬਹੁ ਰੂਪੀਏ ਲੋਬਾਣੇ ਔ ਕੁਮਿਆਰ, ਬਹੁ ਰੂਪੀਏ ਜਿਹੜੇ ਉਹ ਕਈ ਭੇਸ ਬਣਾ ਕੇ ਫਿਰਦੇ ਨੇ, ਜਿਹੜੇ ਕਦੀ ਕੁਝ ਪਠਾਨ ਬਣ ਜਾਂਦੇ, ਕਦੀ ਪੁਲਿਸ ਵਾਲੇ ਬਣ ਜਾਂਦੇ, ਬਰੂਪੀਏ।
ਤੇ ਬਹੁ ਰੂਪੀਏ ਲੁਬਾਣੇ ਲੂਣ ਦਾ ਵਪਾਰ ਕਰਨ ਵਾਲੇ। ਇਸੇ ਤਰ੍ਹਾਂ ਹੀ ਉਹ ਘੁਮਿਆਰ ਜਿਹੜੀਆਂ ਜਾਤਾਂ ਨੇ, ਇਨ ਗਰੀਬ ਸਿੰਘਨ ਕੋ ਦਈਐ ਪਾਤਸ਼ਾਹੀ। ਇਹਨਾਂ ਗਰੀਬ ਸਿੰਘਾਂ ਨੂੰ ਬਾਦਸ਼ਾਹੀ ਦੇ ਦਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿੰਨੀਆਂ ਜਾਤਾਂ ਨੀਵੀਆਂ ਗਿਣੀਆਂ ਗਈਆਂ ਜਿਨ੍ਹਾਂ ਨੂੰ ਕੋਈ ਰਾਜ ਦੇ ਵਿੱਚ ਗੱਲ ਕਰਨ ਦਾ ਅਧਿਕਾਰ ਨਹੀਂ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹਨਾਂ ਨੂੰ ਪਾਤਸ਼ਾਹੀਆਂ ਦੇ ਦਈਏ। ਹੁਣ ਇਹ ਯਾਦ ਰੱਖੈ ਹਮਰੀ ਗੁਰਿਆਈ। ਇਹ ਯਾਦ ਰੱਖਣਗੇ ਕਿ ਸਾਡਾ ਕੋਈ ਗੁਰੂ ਹੋਇਆ ਸੀ ਗੁਰੂ ਗੋਬਿੰਦ ਸਿੰਘ, ਜਿਹਨੇ ਸਾਨੂੰ ਨਿਵਾਣਿਆਂ ਨੂੰ ਮਾਣ ਦਿੱਤਾ ਹੈ। ਤਉ ਸਤ ਗੁਰ ਸਿੱਖ ਲਲਕਾਰੇ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਸਾਰੇ ਸੰਸਾਰ ਦੇ ਉਹਨਾਂ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਬੁਲਾ ਕੇ ਲਲਕਾਰਿਆ, ਵੰਗਾਰਿਆ। ਫੜੋ ਸ਼ਸਤਰਨ ਲਿਓ ਤੁਰਕਨ ਮਾਰੇ। ਮਾਰੇ ਕਹਿਣ ਲੱਗੇ ਓ ਸ਼ਸਤਰ ਫੜੋ। ਸ਼ਸਤਰ ਫੜ ਕੇ ਖੰਡਾ ਫੜ ਕੇ ਮੈਦਾਨੇ ਜੰਗ 'ਚ ਨਿੱਤਰੋ, ਤੁਰਕਾਂ ਨੂੰ ਮਾਰ ਕੇ ਰਾਜ ਖੋਹ ਲਓ। ਦੋਹਰਾ ਤਉ ਸਿੱਖਣ ਨੇ ਨਹਿ ਮੰਨਿਓ ਤੁਰਕਨ ਤੇ ਖੌਫ ਕੀਨ। ਪਰ ਕਲਗੀਧਰ ਪਾਤਸ਼ਾਹ ਦੀ ਗੱਲ ਉਹ ਗਰੀਬ ਕਿਵੇਂ ਸਮਝ ਸਕਦੇ ਸਨ? ਉਹ ਡਰ ਗਏ, ਖੌਫ ਖਾ ਗਏ ਤੁਰਕਾਂ ਦਾ। ਹੈ ਐਡਾ ਵੱਡਾ ਤੁਰਕਾਂ ਦਾ ਰਾਜ ਅਸੀਂ ਖੋਹ ਲਾਂਗੇ? ਇਹ ਹੋ ਹੀ ਨਹੀਂ ਸਕਦਾ। ਵਿਚਾਰਿਆਂ ਨੇ ਜਿਨ੍ਹਾਂ ਨੇ ਕਦੀ ਨੰਗੀ ਕਰਦ ਨਹੀਂ ਸੀ ਪਕੜੀ, ਉਹ ਕਿਰਪਾਨਾਂ ਫੜ ਕੇ ਕਿਵੇਂ ਲੜ ਸਕਦੇ ਸਨ? ਭਾਈ ਦਇਆ ਰਾਮ ਜੀ ਦੇ ਬਿਆਨ ਨੇ, ਜਾਤ ਕਾਮ ਹਮਾਰਾ ਤੋਲਣ ਤਕੜੀ, नंगी कर्द कभी नहीं पकड़ी, चिड़ी उड़े डर से मर जाऊं, मुगलन से कैसे लड़ पाऊं। हाँ जी। उन पह फौजां अत घनी, कब छोड़ै राज जमीन। उन्हां कोल ते बड़ियां फौजां ने, ਉਹ ਕਦੋਂ ਰਾਜ ਛੱਡ ਦੇਣਗੇ, ਕਦੋਂ ਸਾਨੂੰ ਜ਼ਮੀਨਾਂ ਦੇ ਦੇਣ। ਜ਼ਮੀਨਾਂ ਦਾ ਬੰਦੇ ਬਹਾਦਰ ਨੇ ਜਿਹੜੀਆਂ ਨੇ ਕਾਸ਼ਤਕਾਰਾਂ ਦੇ ਨਾਂ ਲਾਈਆਂ ਨੇ। ਸਦੀਆਂ ਤੋਂ ਜ਼ਮੀਨਾਂ ਸਰਕਾਰ ਦੀਆਂ ਸਨ, ਚੌਧਰੀਆਂ ਦੀਆਂ ਸਨ। ਕਾਸ਼ਤਕਾਰ ਦੇ ਵਿਚਾਰੇ ਉੱਥੇ ਹਲ ਵਾਹੁੰਦੇ ਹੀ ਮਰ ਜਾਂਦੇ ਸੀ। ਇੱਕ ਟਾਈਮ ਦੀ ਰੋਟੀ ਮਿਲਦੀ ਸੀ, ਭੁੱਖੇ ਸੌਂਦੇ ਸੀ। ਕਾਸ਼ਤਕਾਰ ਨੂੰ ਨਹੀਂ ਸੀ ਕੁਝ ਮਿਲਿਆ ਕਰਦਾ, ਬੁਰੇ ਹਾਲ ਸੀ ਕਿਸਾਨਾਂ ਦੇ। ਤੇ ਇਹਦੇ ਬਾਬੇ ਬੰਦੇ ਬਹਾਦਰ ਨੇ ਆਖਿਆ ਜਿਹਦੀ ਜ਼ਮੀਨ ਹੈ ਉਹ ਮਾਲਕ, ਜਿਹਦੇ ਹਲ ਜਿੱਥੇ ਜਿਹਦਾ ਹਲ ਵਗ ਰਿਹਾ, ਹਲ ਜਿੰਨੀ ਹਲ ਦੇ ਉੱਤੇ ਥੱਲੇ ਜ਼ਮੀਨ ਹੈ ਉਹਦੀ ਹੈ, ਭਾਵੇਂ 5 ਕਿੱਲੇ ਹੈ, ਭਾਵੇਂ 10 ਹੈ, ਭਾਵੇਂ 20 ਹੈ। ਇਸ ਤਰ੍ਹਾਂ ਖਾਲਸਾ ਜੀ ਇਹ ਤੇ ਕਲਗੀਧਰ ਦੀਆਂ ਬਖਸ਼ਾਂ ਹੋਈਆਂ। ਪਹਿਲਾਂ ਤੇ ਜ਼ਮੀਨਾਂ ਸਰਕਾਰੀਆਂ ਚੌਧਰੀਆਂ ਦੀਆਂ ਹੁੰਦੀਆਂ ਸਨ। ਹਾਂਜੀ। ਚਾਉ ਪਈ ਤਉ ਸਿੱਖਣ ਯੋ ਮੰਨੀ ਨਾ ਬਾਤ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਗੱਲ ਲੋਕਾਂ ਨੂੰ ਸਮਝ ਨਾ ਆਈ। ਉਹ ਨੀਵੀਆਂ ਜਾਤਾਂ ਦੇ ਲੋਕ ਡਰ ਗਏ, ਕਹਿੰਦੇ ਬਾਬਾ ਜੀ ਇਹ ਕੰਮ ਨਹੀਂ ਹੁੰਦਾ ਸਾਡੇ ਤੋਂ। ਹਮ ਤੇ ਤੁਰਕ ਕਬ ਮਾਰੇ ਜਾਤ। ਅਸੀਂ ਗਰੀਬ ਲੋਕ, ਸਾਨੂੰ ਤਾਂ ਡੰਡਾ ਨਹੀਂ ਫੜਨਾ ਆਉਂਦਾ। ਉਹ ਤੋਪਾਂ ਦੇ ਮਾਲਕ, ਖਜ਼ਾਨਿਆਂ ਦੇ ਮਾਲਕ, ਫੌਜਾਂ ਦੇ ਲਸ਼ਕਰਾਂ ਦੇ, ਉਹਨਾਂ ਨਾਲ ਕਿਵੇਂ ਯੁੱਧ ਕਰਾਂਗੇ, ਕਿਵੇਂ ਮਾਰਾਂਗੇ ਅਸੀਂ ਚਿੜੀਆਂ ਵੈ ਸਾਨੀ ਬਾਜ। ਉਹ ਅਸੀਂ ਤੇ ਚਿੜੀਆਂ ਤੇ ਉਹ ਬਾਜ ਨੇ। ਹਮ ਛੇਲਾ ਵੈ ਬਗਿਆੜਨ ਸਾਜ। ਅਸੀਂ ਛੇਲਿਆਂ ਤੇ ਉਹ ਬਗਿਆੜ ਨੇ। ਤੁਮ ਮ੍ਰਿਗਣ ਤੇ ਕਿਮ ਸ਼ੇਰ ਮਰਵਾਓ। ਮਹਾਰਾਜ ਤੁਸੀਂ ਸਾਡੇ ਹਿਰਨਾਂ ਕੋਲੋਂ ਸ਼ੇਰਾਂ ਨੂੰ ਕਿਵੇਂ ਮਰਵਾਓਗੇ। ਲੌਤੀ ਕੋ ਪਾਣੀ ਮਗਰੀ ਪਰ ਚੜਾਵੋ। ਮਹਾਰਾਜ ਲੌਤੀ ਦਾ ਪਾਣੀ ਮਗਰੀ ਪਰ ਚੜਾਵੋ। ਇਹ ਕਹਾਵਤ ਹੈ ਪੁਰਾਣੀ, ਪਹਾੜੀ ਬੋਲੀ ਹੈ। ਲੌਤੀ ਕਹਿੰਦੇ ਛੋਟੀਆਂ ਛੋਟੀਆਂ ਨਦੀਆਂ ਜਿਹੜੀਆਂ ਉੱਤੋਂ ਪਹਾੜ ਤੋਂ ਨਿੱਕੇ ਨਿੱਕੇ ਝਰਨੇ ਡਿੱਗਦੇ ਆ ਨਾ। ਇੱਕ ਤਾਂ ਹੁੰਦੀ ਵੱਡੀ ਨਦੀ ਗੰਗਾ, ਜਮਨਾ ਜਾਂ ਸਤਲੁਜ, ਬਿਆਸਾ। ਇੱਕ ਹੁੰਦੇ ਛੋਟੇ ਛੋਟੇ ਦਰਿਆ, ਛੋਟੇ ਛੋਟੇ ਖਾਲਾਂ, ਬਰਸਾਤੀ ਨਾਲੇ। ਮਹਾਰਾਜ ਉਹ ਜਿਹੜੀ ਲੌਤੀ ਹੁੰਦੀ ਹੈ ਉਹਦਾ ਪਾਣੀ ਵਾਪਸ ਪਹਾੜ ਤੇ ਚੜਨ ਲੱਗੇ ਉੱਤੋਂ ਥੱਲੇ ਤੇ ਆ ਜਾਂਦਾ, ਉਹ ਤੇ ਆਉਂਦਾ ਹੀ ਆਉਂਦਾ। ਪਰ ਥੱਲਿਓਂ ਪਾਣੀ ਨਦੀ ਦਾ, ਲੌਤੀ ਦਾ, ਪਰਨਾਲੇ ਦਾ ਉੱਪਰ ਤੇ ਨਹੀਂ ਨਾ ਚੜਿਆ ਕਦੀ। ਅਸੀਂ ਤੇ ਛੋਟੇ ਛੋਟੇ ਪਰਨਾਲੇ ਆ। ਤੇ ਮਹਾਰਾਜ ਤੁਸੀਂ ਸਾਨੂੰ ਵਾਪਸ ਪਹਾੜ ਤੇ ਚਾੜਨਾ ਚਾਹੁੰਦੇ ਹੋ, ਉਹ ਮੁਗਲਾਂ ਦੀ ਬਾਦਸ਼ਾਹੀ ਨਾਲ ਲੜਾਉਣਾ ਚਾਹੁੰਦੇ ਹੋ, ਕਦੀ ਨਹੀਂ ਹੋ ਸਕਦਾ। ਵਹੋ ਆਦ ਸਿਪਾਹੀ ਮੁਗਲ ਪਠਾਨ। ਉਹ ਮੁਗਲ ਪਠਾਨ ਮੁੱਢ ਦੇ ਕਦੀਮੀ ਸੂਰਮੇ ਹਨ, ਲੜਾਕੇ ਹਨ। ਹਮ ਜੱਟ ਬੂਟ ਨਾਈ ਤਰਖਾਨ। ਅਸੀਂ ਜੱਟ ਬੂਟ ਨਾਈ ਤਰਖਾਨ। ਮਹਾਰਾਜ ਛੋਟੇ ਛੋਟੇ ਕੰਮ ਕਰਨ ਵਾਲੇ ਬੰਦੇ ਆ। ਤੁਮ ਟੋਲੇ ਸਭ ਜਾਤ ਕਮੀਨ। ਮਹਾਰਾਜ ਤੁਸੀਂ ਜਿਹੜੇ ਲੱਭੇ ਹੋ, ਸਾਨੂੰ ਲੱਭਿਆ, ਅਸੀਂ ਤੇ ਕਮੀਨੀਆਂ ਜਾਤਾਂ ਨੇ। ਤੁਸੀਂ ਸਾਨੂੰ ਕਿਵੇਂ ਉਹਨਾਂ ਦੇ ਬਰਾਬਰ ਖੜੇ ਕਰਨਾ ਚਾਹੁੰਦੇ ਹੋ। ਉਤੇ ਜੋ ਸਭ ਸ਼ਸਤਰਨਹੀਨ। ਨਾਲੇ ਸਾਡੇ ਤਾਂ ਪਿਓ ਦਾਦੇ ਨੇ ਕਦੀ ਡੰਡਾ ਨਹੀਂ ਫੜ ਕੇ ਕੋਈ ਵੇਖਿਆ, ਉੱਥੇ ਉਹ ਸ਼ਸਤਰ ਖਾਨਦਾਨੀ ਫੜਦੇ ਹਨ। ਲਲਕਾਰੋ ਰਾਜਪੂਤ ਹੈ ਰਾਜੋ। ਮਹਾਰਾਜ ਤੁਸੀਂ ਰਾਜਪੂਤੀ ਰਾਜਿਆਂ ਨੂੰ ਲਲਕਾਰੋ। ਉਹ ਰਾਜਸਥਾਨ ਦੇ ਨੇ ਤੇ ਭਾਵੇਂ ਪਹਾੜ ਦੇ ਨੇ, ਭਾਵੇਂ ਕਿਤੋਂ ਦੇ ਨੇ, ਰਾਜਪੂਤ ਲੜਾਕੇ ਨੇ, ਉਹਨਾਂ ਨੂੰ ਅੱਗੇ ਕਰ ਦਿਓ। ਜੋ ਸਵਾਰੈ ਤੁਮਰੋ ਕਾਜੈ। ਉਹ ਤੁਹਾਡਾ ਕੰਮ ਸਵਾਰਨਗੇ, ਰਾਜਪੂਤ ਜਿਹੜੇ ਲੜਾਕੇ ਹਨ। ਦੋਹਰਾ ਤਉ ਸ੍ਰੀ ਸਤਿਗੁਰ ਸੋਚਿਓ, ਕਿਆ ਯਹ ਸਿੱਖਣ ਕੀਨ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੂਰ ਹੁੰਦੇ ਸਨ, ਲੋਕਾਂ ਦੀ ਆਵਾਜ਼ ਸਮਝ ਗਏ। ਲੋਕਾਂ ਦੀ ਗੱਲ ਸੁਣ ਕੇ ਸੋਚਦੇ ਕੀ ਕਰ ਲੈਣਗੇ। ਇਹਨਾਂ ਦੇ ਅੰਦਰ ਹੌਸਲਾ ਹੀ ਨਹੀਂ, ਇਹਨਾਂ ਦੇ ਅੰਦਰ ਦਲੇਰੀ ਨਹੀਂ, ਆਪਣੀ ਪਾਵਰ ਨੂੰ ਸਮਝਦੇ ਨਹੀਂ ਇਹ। ਹਾਂਜੀ।
ਹਮ ਚਹਦੇ ਪਾਤਸ਼ਾਹੀ ਸਿੱਖਣ ਉਨ ਨੈ ਨਾਹੇ ਨਾਹੇ ਕੀਨ। ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦਿੰਦੇ ਨਾ ਕਰਦੇ ਆ, ਅਸੀਂ ਰਾਜ ਦਿੰਦੇ ਰਾਜ ਤੋਂ ਨਾ ਇਨਕਾਰ ਕਰਦੇ ਆ। ਚਉ ਪਈ ਹੁਤੋ ਗੁਰੂ ਸਿਰੇ ਜਾਣੀ ਜਾਣ। ਸ੍ਰੀ ਕਲਗੀਧਰ ਮਹਾਰਾਜ ਜਾਣੀ ਜਾਣ ਸਨ, ਸਭੇ ਵਿਦੇ ਗੁਰੂ ਲਈ ਪਛਾਣ। ਸਭ ਗੱਲ ਪਛਾਣ ਲਈ, ਸਮੇਂ ਦੀ ਨਬਜ ਨੂੰ ਨਜਾਕਤ ਨੂੰ ਸਮਝਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਜਹ ਚਰਨ ਪਹੁਲ ਹੈ ਸ਼ਾਂਤ ਸਰੂਪ। ਇਹ ਵੀ ਜਾਣ ਗਏ ਵੀ ਜਿਹੜੀ ਇਹਨਾਂ ਨੂੰ ਪੌਲ ਦਿੱਤੀ ਹੈ ਨਾ, ਇਹ ਚਰਨ ਪੌਲ ਹੈ। ਤੇ ਜਦੋਂ ਚਰਨ ਧੋ ਕੇ ਪੀਂਦਾ ਨਾ ਸਿੱਖ, ਉਹਦੇ ਮਨ 'ਚ ਨਿਮਰਤਾ ਆ ਜਾਂਦੀ, ਨੀਵਾਂ ਹੋ ਜਾਂਦਾ ਮਨ ਨੀਵਾਂ ਤੇ ਮੱਤ ਉੱਚੀ, ਗੁਰਮਤਿ ਦਾ ਸਿਧਾਂਤ ਹੈ। ਅਸੀਂ ਇਹਨਾਂ ਨੂੰ ਚਰਨ ਪੌਲ ਦਿੰਦੇ ਆ, ਇਹ ਸਾਡੇ ਚਰਨਾਂ ਨੂੰ ਜਦੋਂ ਧੋ ਕੇ ਪੀਂਦੇ ਇਹਨਾਂ ਦੇ ਮਨ 'ਚ ਨਿਮਰਤਾ ਆ ਜਾਂਦੀ ਹੈ, ਇਹਨਾਂ ਦੇ ਅੰਦਰ ਦਲੇਰੀ ਵੀਰਤਾ ਨਹੀਂ ਜਾਗਦੀ। ਤੇਜ ਨਾਹੇ ਨਹਿ ਜਹ ਮਾਹੇ ਅਨੂਪ। ਇਹਨਾਂ ਵਿੱਚ ਤੇਜ ਨਹੀਂ ਆਉਂਦਾ, ਸ਼ਕਤੀ ਨਹੀਂ ਆਉਂਦੀ, ਨਿਮਰਤਾ ਤਾਂ ਆਉਂਦੀ ਹੈ, ਪਰ ਨਾਲ ਹੁਣ ਲੋੜ ਤੇਜ ਦੀ ਹੈ। ਹੁਣ ਨਿਮਰਤਾ ਨਾਲ ਗੁਜ਼ਾਰਾ ਨਹੀਂ ਹੋਣਾ, ਹੁਣ ਤਾਂ ਤੇਜ ਸ਼ਕਤੀ ਬਲ ਚਾਹੀਦਾ ਹੈ। ਦੋਹਰਾ ਸਹਿਲੀ ਟੋਪੀ ਸਿਰ ਧਰੈ, ਦਸ ਹੈ ਨਾਮ ਕਹਾਏ। ਸਿਰ ਤੇ ਸਹਿਲੀ ਟੋਪੀ ਰੱਖਦੇ ਆ ਉਦਾਸੀ ਸੰਤਾਂ ਦਾ ਜੋ ਬਾਣਾ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਇ ਦਾ, ਇਹ ਪਹਿਲਾਂ ਗੁਰੂ ਘਰ 'ਚ ਪ੍ਰਚਲਿਤ ਸੀਗਾ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਉਹੀ ਬਾਣਾ ਰਿਹਾ। ਛੇਵੇਂ ਪਾਤਸ਼ਾਹ ਨੇ ਦਸਤਾਰ ਸਜਾਈ, ਪਰ ਸਿੱਖਾਂ ਦਾ ਲਿਬਾਸ ਉਦਾਂ ਦਾ ਹੀ ਸਾਦਾ ਸੀਗਾ। ਉਹ ਸੇਲੀ ਟੋਪੀ, ਸੇਲੀ ਉੱਨ ਦੀ ਹੁੰਦੀ ਹੈ, ਕਾਲੀ ਉੱਨ ਦੀ, ਉਹ ਗਲ 'ਚ ਜਨੇਊ ਦੀ ਤਰ੍ਹਾਂ ਪਾਈ ਹੁੰਦੀ ਹੈ, ਟੋਪੀ ਸਿਰ ਤੇ ਪਾਣੀ। ਇਹ ਜਿਹੜਾ ਸਾਧਾਂ ਵਾਲਾ ਭੇਸ ਹੈ, ਤੇ ਨਾਲੇ ਆਪਣੇ ਆਪ ਨੂੰ ਦਾਸ ਕਹਾਉਂਦੇ। ਕਿਸੇ ਦਾ ਨਾਂ ਹਰੀ ਦਾਸ, ਕਿਸੇ ਦਾ ਨਾਂ ਕੋਈ ਹੋਰ, ਸਿੰਘਾਂ ਵਾਲੇ ਨਾਮ ਨਹੀਂ ਹੈਗੇ ਇਹਨਾਂ ਦੇ ਨਾਮ ਤੋਂ ਹੀ ਦਾਸਤਾ ਝਲਕਦੀ ਹੈ। ਉਤੇ ਦਇਆ ਮਦ ਰੂਪ ਬਹੁ ਇਮ ਨਹਿ ਸ਼ਸਤਰ ਫੜਾਏ। ਔਰ ਇਹਨਾਂ ਦੇ ਵਿੱਚ ਦਇਆ ਦਾ ਭਾਵ ਜ਼ਿਆਦਾ। ਇਹ ਤਾਂ ਇੰਨੇ ਡਰ ਜਾਂਦੇ ਆ, ਕੀੜੀ ਮਰ ਜਾਏ ਤੇ ਕਹਿੰਦੇ ਪਾਪ ਹੋ ਗਿਆ। ਇਹ ਕਿਵੇਂ ਸ਼ਸਤਰ ਫੜਨਗੇ, ਕਿਵੇਂ ਯੁੱਧ ਕਰਨਗੇ। ਚਾਉ ਪਈ ਅਬ ਸਿੱਖਣ ਰੂਪ ਪਲਟਾਈਐ। ਹੁਣ ਇਹਨਾਂ ਦਾ ਰੂਪ ਪਲਟੀਏ, ਹੁਣ ਇਹਨਾਂ ਦੇ ਵਿੱਚ ਵੀਰਤਾ ਦਾ ਸੰਚਾਰ ਕਰੀਏ। ਤੇਜ ਧਾਰੀ ਜਿਮ ਲੱਖ ਭਉ ਖਾਈਐ। ਇਹੋ ਜਿਹੇ ਬਣਾ ਦਈਏ ਵੀ ਇਹਨਾਂ ਨੂੰ ਵੇਖ ਕੇ ਲੱਖਾਂ ਡਰਨ ਲੱਗ ਜਾਣ। ਕੱਲਾ ਸਿੰਘ ਸ਼ੇਰਾਂ ਦਾ ਰੂਪ ਧਾਰਨ ਕਰ ਲਵੇ, ਐਸਾ ਖਾਲਸੇ ਨੂੰ ਰੂਪ ਦੇ ਦਈਏ। ਸੱਚੇ ਪਾਤਸ਼ਾਹ ਸੋਚਦੇ ਆ। ਤੇਜ ਨਾਮ ਕੋ ਇਨੈ ਧਰਈਐ। ਇਹਨਾਂ ਦੇ ਨਾਮ 'ਚ ਵੀ ਤੇਜ ਰਸ, ਵੀਰ ਰਸ ਹੋਵੇ। ਸਿੰਘ ਨਾਮ ਸ਼ੇਰ ਦਾ, ਸਿੰਘ ਦਾ ਨਾਮ ਸੁਣ ਕੇ ਅਗਲਾ ਘਬਰਾ ਜਾਂਦਾ ਵੀ ਹਾਂ ਸ਼ੇਰ ਆ ਗਿਆ। ਤੋ ਐਸਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੂਪ ਰੱਖੀਏ, ਨਾਮ ਵੀ ਰੱਖੀਏ। ਕਰ ਪਾਹੁਲ ਇਨੈ ਤੇਜ ਭਿਲਈਐ। ਤੇਜ ਵਾਲੀ ਜਿਹੜੀ ਪਾਹੁਲ ਹੈ ਨਾ ਖੰਡੇ ਦੀ, ਉਹ ਬਣਾ ਕੇ ਸਿਖਾਈਏ ਹੁਣ ਇਹਨਾਂ ਨੂੰ। ਜੋ ਸਤਿਗੁਰ ਸ੍ਰੀ ਚਿਤ ਲਿਓ ਧਾਰ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫੁਰਨਾ ਕਰ ਲਿਆ। ਸੋ ਉਦਮ ਕੀਓ ਗੁਰੂ ਵਿਚਾਰ। ਉਹ ਉਦਮ ਕੀਤਾ ਸ੍ਰੀ ਕਲਗੀਧਰ ਜੀ ਨੇ। ਛਤਰੀ ਰੂਪ ਸੁੰਦਰ ਅਤ ਲਾਗੇ। ਐਸਾ ਰੂਪ ਬਣਾਈਏ ਛਤਰੀ ਧਰਮ ਹੋਵੇ, ਸੋਹਣਾ ਰੂਪ ਹੋਵੇ, ਦੇਖਣ ਵਾਲੇ ਦੇ ਪ੍ਰਭਾਵ ਜਬਾ ਪਵੇ, ਅਗਲਾ ਡਰ ਜਾ ਵੇਖ ਕੇ ਇਹ ਰੂਪ ਹੋਵੇ। ਕੇਸ ਸੀਸ ਸਿਰ ਬੰਨ੍ਹੈ ਪਾਗੇ। ਸਿਰ ਤੇ ਕੇਸ ਦਾੜਾ ਹੋਵੇ ਤੇ ਸਿਰ ਤੇ ਦੁਮਾਲੇ ਦਸਤਾਰੇ ਸਜੇ ਹੋਣ, ਪੱਗਾਂ ਬੰਨੀਆਂ ਹੋਣ ਤੇ ਅਗਲਾ ਵੇਖ ਕੇ ਸਰਦਾਰ ਜੀ ਕਵੇ। ਹਾਂਜੀ। ਨਾਮ ਸਿੰਘ ਹੁਤੋ ਸ਼ਤਰਨ ਕੇਰੋ। ਆ ਛਤਰੀਆਂ ਦੇ ਜਿਹੜੇ ਨਾਮ ਸੀਗੇ ਰਾਜਪੂਤਾਂ ਦੇ, ਉਹ ਸਿੰਘ ਸੀਗੇ ਪਹਿਲਾਂ। ਮਹਾਰਾਣਾ ਪ੍ਰਤਾਪ ਸਿੰਘ, ਰਾਜਾ ਮਾਨ ਸਿੰਘ, ਰਾਜਾ ਜੈ ਸਿੰਘ, ਉਹ ਰਾਜਪੂਤ ਹੀ ਸਿੰਘ ਕੋ ਆ ਸਕਦੇ ਸੀ, ਬਾਕੀ ਕੋਈ ਸਿੰਘ ਨਹੀਂ ਸੀ ਕੋ ਆ ਸਕਦਾ। ਨੀਵੀਆਂ ਜਾਤਾਂ ਵਾਲਿਆਂ ਨੂੰ ਅਧਿਕਾਰ ਨਹੀਂ ਸੀ ਸਿੰਘ ਕੋਲ। ਬ੍ਰਾਹਮਣ ਵੀ ਸਿੰਘ ਨਹੀਂ ਸੀ ਕੋ ਆਉਂਦੇ, ਕਿਉਂਕਿ ਬ੍ਰਾਹਮਣ ਜਿਹੜੇ ਸੀ ਉਹ ਆਪਣੇ ਆਪ ਨੂੰ ਸ਼ਾਂਤਮਈ ਬਿਰਤੀ ਵਾਲੇ ਵਿਦਵਾਨ ਸਮਝ ਕੇ ਇੱਕ ਪਾਸੇ ਕਰੀ ਬੈਠੇ ਸੀ। ਦੂਜਾ ਵਰਗ ਸੀ ਛਤਰੀ ਰਾਜਪੂਤਾਂ ਦਾ, ਉਹ ਸਿੰਘ ਕੋ ਆਉਂਦੇ ਸੀ, ਪਰ ਉਹਨਾਂ 'ਚ ਹੰਕਾਰ ਸੀ ਵੀ ਅਸੀਂ ਸਿੰਘ ਹਾਂ, ਅਸੀਂ ਹੁਣ ਕਿਸੇ ਦੀ ਕੀ ਪਰਵਾਹ ਕਰਨੀ ਹੈ। ਮੁਗਲਾਂ ਨਾਲ ਉਹਨਾਂ ਦੀ ਸੁਲ੍ਹਾ ਸਫਾਈ ਸੀ, ਰਾਜ ਕਰੀ ਜਾਂਦੇ ਸੀਗੇ। ਗਰੀਬ ਵਰਗ ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਚੁੱਕਣਾ ਹੈ, ਉਹਨਾਂ ਨੂੰ ਦਾਸ ਇਦਾਂ ਦੇ ਨਾਮਾਂ ਨਾਲ ਯਾਦ ਕੀਤਾ ਜਾਂਦਾ ਸੀ। ਚੰਦ, ਦਾਸ, ਉਹ ਵਿਚਾਰਿਆਂ ਦੇ ਮਨ 'ਚ ਉਦਾਂ ਦੇ ਡਰਾਕਲ ਦੇ ਭਾਵ ਸੀਗੇ। ਹੁਣ ਕਹਿੰਦੇ ਇਹਨਾਂ ਦੇ ਨਾਮ ਵੀ ਸਿੰਘਾਂ ਵਾਲੇ ਰੱਖ ਦਈਏ, ਰਾਜਿਆਂ ਵਾਲੇ ਰੱਖ ਦਈਏ। ਸ੍ਰੀ ਗੁਰ ਜਾਣਿਓ ਯਹੀ ਭਲੇਰੋ। ਇਸੇ 'ਚ ਭਲਾ ਹੈ ਵੀ ਇਹਨਾਂ ਦੇ ਨਾਮ ਸਿੰਘਾਂ ਵਾਲੇ ਰੱਖੀਏ, ਹੁਣ ਰਾਜਿਆਂ ਵਾਲੇ। ਖੰਡਾ ਪਾਹੁਲ ਚਿਤ ਮਦ ਠਟੀ। ਹੁਣ ਮਾਰੇ ਨੇ ਸੋਚ ਲਿਆ ਵੀ ਖੰਡੇ ਦੀ ਪੌਲ ਛਕਾਵਾਂਗੇ। ਇਮ ਹੋਵੋ ਗੋ ਖਾਲਸਾ ਹਠੀ। ਇਹ ਤਾਂ ਖਾਲਸਾ ਹਠੀ, ਹਠੀਲਾ, ਸੂਰਬੀਰ, ਯੋਧਾ ਪੰਥ ਹੋਵੇਗਾ। ਬੜੇ ਪਾਤਸ਼ਾਹੀ ਇਮ ਇਨ ਖੋਏ। ਆ ਜਿਹੜੀ ਬਾਦਸ਼ਾਹਾਂ ਦੀ ਪਾਤਸ਼ਾਹੀ ਹੈ, ਇਹ ਫਿਰ ਪੱਟ ਕੇ ਸੁੱਟ ਦੇਣਗੇ ਖਾਰੇ ਸਮੁੰਦਰ ਵਿੱਚ। ਹੰਨੇ ਹਮ ਪਾਤਸ਼ਾਹੇ ਹੋਏ। ਇਹਨਾਂ ਦੇ ਅੰਦਰ ਇਹ ਗੱਲ ਪਾ ਦੇਾਂਗੇ ਵੀ ਹੰਨੇ ਸਾਡਾ ਰਾਜ ਹੋਣਾ, ਸਾਡੀ ਮੀਰੀ ਹੋਣੀ ਹੈ। ਹੰਨੇ ਇਨ ਕੀ ਮੀਰੀ,
ਇਹ ਪੰਥ ਪ੍ਰਕਾਸ਼ ਦੇ ਬਚਨ ਨੇ। ਹੰਨੇ ਹੰਨੇ ਦਾ ਮਤਲਬ ਹੈ ਘੋੜੇ ਦੀ ਕਾਠੀ ਤੇ ਬੈਠਾ ਸਿੰਘ, ਤੇ ਹੰਨਾ ਫੜਿਆ ਉਹਨੇ ਅਗਲੇ ਪਾਸੇ ਕਾਠੀ ਦਾ ਹੰਨਾ ਹੁੰਦਾ, ਉੱਥੇ ਹੀ ਬਾਦਸ਼ਾਹ। ਹੰਨੇ ਹੰਨੇ ਉੱਥੇ ਹੀ ਕਹਿੰਦਾ ਮੈਂ ਬਾਦਸ਼ਾਹ ਕੁੱਲ ਦੁਨੀਆ ਦਾ, ਮੈਂ ਨਹੀਂ ਕਿਸੇ ਬਾਦਸ਼ਾਹ ਨੂੰ ਮੰਨਦਾ। ਐਸੀ ਇਹਨਾਂ ਦੇ ਅੰਦਰ ਸਪਿਰਟ ਭਰ ਦਿਆਂਗੇ, ਇਹ ਥਾਂ ਥਾਂ ਤੇ ਆਜ਼ਾਦ ਹੋ ਜਾਣਗੇ। ਕਾਨ ਕੂਟ ਵਾਂਗ ਲੋਹੇ ਕਰੈ, ਔਰ ਇਹ ਜਿਹੜੇ ਨੇ ਲੋਹੇ ਦੀ ਤਰ੍ਹਾਂ ਹੋ ਜਾਣਗੇ। ਲੋਹੇ ਦੇ ਬਾਟੇ 'ਚ ਅੰਮ੍ਰਿਤ ਛਕ ਕੇ ਲੋਹੇ ਦੇ ਖੰਡੇ ਨਾਲ ਇਹਨਾਂ ਨੂੰ ਐਸੀ ਵੀਰਤਾ ਦੀ ਗੁੜਤੀ ਦੇਾਂਗੇ। ਇਹ ਸਰਬ ਲੋਹ ਦੀ ਰੱਖੀ ਰੱਛਾ ਹਮਨੇ, ਸਰਬ ਲੋਹ ਜੀ ਕੀ ਸਦਾ ਰੱਛਿਆ ਹਮਨੇ ਕਹਿਣਗੇ। ਖੰਡੇ ਪਾਹੁਲ ਪੀ ਖੰਡਿਓ ਨਾ ਟਰੈ, ਖੰਡੇ ਦੀ ਪੌਲ ਪੀ ਕੇ ਖੰਡੇ ਤੋਂ ਡਰਨਗੇ ਨਹੀਂ। ਖੰਡੇ ਦੇ ਸਾਹਮਣੇ ਖਲੋਣਗੇ, ਤੇਗਾਂ ਤਲਵਾਰਾਂ ਛਾਤੀਆਂ ਦੇ ਖਾਣਗੇ, ਛਾਤੀਆਂ ਤੇ ਮਾਰਨਗੇ। ਦੋਹਰਾ ਖਾਲਸੋ ਹੋਵੈ ਖੁਦ ਖੁਦਾ, ਜਿਮ ਖੂਬੇ ਖੂਬ ਖੁਦਾਏ। ਇਹੋ ਜਿਹਾ ਖਾਲਸਾ ਬਣਾ ਦਿਆਂਗਾ ਜਿਹੜਾ ਖੁਦ ਖੁਦਾ ਹੋਵੇਗਾ। ਜਿੰਨੀਆਂ ਖੁਦਾ 'ਚ ਖੂਬੀਆਂ ਨੇ ਉਨੀਆਂ ਮੇਰੇ ਖਾਲਸੇ 'ਚ ਹੋਣਗੀਆਂ। ਆਣ ਨਾ ਮਾਨੈ ਆਣ ਕੀ, ਇੱਕ ਸੱਚੇ ਬਿਨ ਪਤ ਸ਼ਾਹ। ਇੱਕ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਨਗੇ। ਚਾਉ ਪਈ ਭੂਤ ਪ੍ਰੇਤ ਆਉ ਮੜੀ ਮਸਾਨ, ਇਹ ਭੂਤਾਂ ਪ੍ਰੇਤਾਂ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨਗੇ। ਨਹਿ ਮਾਨੋ ਵਹਿ ਗੁੱਗੋ ਸੁਲਤਾਨ, ਸੁਲਤਾਨ ਨੂੰ ਗੁੱਗੇ ਨੂੰ ਮੜੀਆਂ ਨੂੰ ਨਹੀਂ ਪੂਜਣਗੇ। ਟਿਕੋ ਜਨੇਊ ਪਹਿਰੈ ਨਾ ਧੋਤੀ, ਔਰ ਨਾ ਪੰਡਤਾਂ ਦਾ ਟਿੱਕੇ ਲਾਣਗੇ, ਨਾ ਜਨੇਊ ਪਾਣਗੇ, ਨਾ ਧੋਤੀ ਪਾਣਗੇ। ਇੱਕ ਸੁਨਹਿਰੇ ਖਾਹੇ ਬਹੁ ਗੋਤੀ, ਇੱਕ ਸੁਨਹਿਰੇ ਵਿੱਚ ਇਹ ਖਾਣਗੇ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ, ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਉਣ ਵਾਲੇ ਜਿੰਨੇ ਸਿੰਘ ਛਕਦੇ ਉਹਨਾਂ ਨੂੰ ਸੁਨਹਿਰੀਏ ਭਰਾ ਕਹਿੰਦੇ ਆ। ਉਹਨਾਂ ਸੁਨਹਿਰੀਆਂ ਨੂੰ ਇੱਕੋ ਬਾਟੇ 'ਚ ਕੜਾਹ ਪ੍ਰਸ਼ਾਦ, ਜਿਹੜੇ ਬਾਟੇ 'ਚ ਪਹਿਲਾਂ ਅੰਮ੍ਰਿਤ ਛਕਾਉਂਦੇ, ਜਦੋਂ ਅੰਮ੍ਰਿਤ ਛਕਾ ਲਿਆ ਜਾਂਦਾ ਨਾ, ਉਹਦੇ 'ਚ ਕੜਾਹ ਪ੍ਰਸ਼ਾਦ ਪਾ ਕੇ ਸਿੰਘਾਂ ਨੂੰ ਅੱਗੇ ਰੱਖ ਦਿੱਤਾ ਜਾਂਦਾ। ਉਦੋਂ ਕਹਿੰਦੇ ਵਿੱਚੋਂ ਖਾਓ ਹੁਣ ਤੁਸੀਂ ਸਾਰੇ। ਉਸ ਵੇਲੇ ਸਾਰੇ ਉਸੇ ਬਾਟੇ 'ਚੋਂ ਦੇਗ ਚੱਕ ਕੇ ਛਕਦੇ ਆ, ਉਹਨੂੰ ਕਹਿੰਦੇ ਸੁਨਹਿਰੀਏ ਭਰਾ। ਇਹ ਸਾਰੇ ਇੱਕੋ ਬਾਟੇ 'ਚ ਖਾਣ ਵਾਲੇ ਭਰਾ ਬਣਾ ਦਿਆਂਗਾ। ਦੋਹਰਾ ਇਤਨੀ ਬਾਤ ਵਿਚਾਰ ਕਰ, ਹੁਤੀ ਬਾਤ ਲਈ ਚੀਨ। ਆਉਣ ਵਾਲੇ ਸਮੇਂ ਦੀ ਸਾਰੀ ਗੱਲ ਨੂੰ, ਨਜਾਗਤ ਨੂੰ ਸਮਝਿਆ, ਲੋਕਾਂ ਦੇ ਅੰਦਰ ਦੀ ਗੱਲ ਨੂੰ ਸਮਝਿਆ। ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਨੇ ਬਿਉਂਤਬੰਦੀ ਕੀਤੀ। ਸਤਿਗੁਰ ਬਹਿ ਸਿਰ ਕੇਸ ਗੜ, ਉਦਮ ਸੋਊ ਕੀਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਉਦਮ ਕੀਤਾ। ਸਦ ਪੰਡਤ ਵੱਡ ਜੋਤ ਕੀ, ਮਹੂਰਤ ਖੂਬ ਕਢਾਏ। ਚੰਗਾ ਦਿਨ ਨਿਯਤ ਕੀਤਾ ਗਿਆ। ਕਿਹੜਾ ਨਿਯਤ? 1699 ਦੀ ਵਿਸਾਖੀ ਦਾ ਦਿਨ, ਜਿਹਨੂੰ 1756 ਬਿਕਰਮੀ ਦੀ ਵਿਸਾਖੀ ਕਹਿੰਦੇ ਆ। 1699 ਦੀ ਵਿਸਾਖੀ ਦਾ ਦਿਨ ਮਹਾਰਾਜ ਨੇ ਇਹ ਨਿਯਤ ਕੀਤਾ। ਕੀਏ ਭੁਜੰਗੀ ਛਾਂਟ ਪੰਜ, ਪੰਜੇ ਜਾਤ ਗਿਨਾਏ। ਤੇ ਨੰਗੀ ਤੇਗ ਲੈ ਕੇ ਭਰੇ ਦਰਬਾਰ 'ਚ 5 ਸਿੰਘਾਂ ਦੇ ਸਿਰਾਂ ਦੀ ਮੰਗ ਕੀਤੀ। ਕਵੀ ਜੀ ਥੋੜਾ ਸੰਖੇਪ ਵਿੱਚ ਲਿਖ ਰਹੇ ਆ ਨਾ, ਕਥਾ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ। ਵਾਰੀ ਵਾਰੀ ਸਿੰਘ 5 ਸਿੰਘ ਆਏ, 5 ਭੁਜੰਗੀ। ਭੁਜੰਗੀ ਸ਼ਬਦ ਬਾਰੇ ਕਈਆਂ ਨੂੰ ਸ਼ੰਕਾ ਅੱਜ ਕੱਲ੍ਹ ਬੜਾ ਕਰਦੇ ਆ। ਭੁਜੰਗੀ ਕਹਿੰਦੇ ਆ ਸੱਪ ਦੇ ਬੱਚੇ ਨੂੰ। ਫਨੀਅਰ ਨਾ, ਦੋ ਹੀ ਚੀਜ਼ਾਂ ਖਤਰਨਾਕ ਹੁੰਦੀਆਂ ਜੇ, ਇੱਕ ਸੱਪ ਇੱਕ ਸ਼ੇਰ, ਦੋ ਹੀ ਖਤਰਨਾਕ ਹੁੰਦੇ ਆ। ਸਿੰਘ ਨਾਮ ਜੋੜਤਾ, ਇਹ ਸ਼ੇਰ ਦਾ ਵਾਚਕ ਹੈ। ਸਾਡੇ ਸਾਰਿਆਂ ਦੇ ਨਾਲ ਸਿੰਘ ਲੱਗਾ ਹੋਇਆ, ਇਹ ਸ਼ੇਰ ਦਾ ਵਾਚਕ ਹੈ। ਭੁਜੰਗੀ ਮਹਾਰਾਜ ਨੇ ਆਪਣੇ ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਤੇ ਉਸ ਤੋਂ ਬਾਅਦ ਔਰੰਗਜ਼ੇਬ ਨੂੰ ਚਿੱਠੀ ਲਿਖੀ ਹੈ, ਜਫਰਨਾਮਾ। ਹਜੂਰ ਨੇ ਲਿਖਿਆ, ਤੂੰ ਇਹ ਸਮਝਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ 4 ਬੱਚੇ ਮਾਰੇ ਗਏ ਨੇ, ਕੰਮ ਠੰਡਾ ਪੈ ਗਿਆ? ਨਹੀਂ, ਕਿ ਬਾਕੀ ਬਿਮਾਨ ਦਾ ਪੇਚੀ ਦਾ ਮਾਰ, ਪੇਚੀ ਦਾ ਕੁੰਡਲ ਪਾ ਕੇ ਮਾਰ ਕਹਿੰਦੇ ਸੱਪ। ਫਾਰਸੀ 'ਚ ਵੀ ਸੱਪ ਨੂੰ ਮਾਰ ਕਹਿੰਦੇ ਆ, ਤੇ ਪਸ਼ਤੋ ਵਿੱਚ ਵੀ ਮਾਰ ਕਹਿੰਦੇ ਆ। ਇਹ ਜਿਹੜਾ ਮੇਰਾ ਮਾਰ ਫਨੀਅਰ ਨਾਕ ਖਾਲਸਾ ਜਿਉਂਦਾ ਹੈ, ਇਹ ਤੇਰੇ ਅੱਗੇ ਅੰਗਿਆਰ ਵਿਛਾ ਦੇਗਾ, ਤੇਰਾ ਨਾਸ ਕਰ ਦੇਗਾ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ। ਇਹ ਭੁਜੰਗੀ ਸ਼ਬਦ ਪੰਥ ਵਿੱਚ ਸਿੰਘਾਂ ਵਾਸਤੇ, ਨੌਜਵਾਨਾਂ ਵਾਸਤੇ, ਸੂਰਮਿਆਂ ਵਾਸਤੇ, ਲੜਾਕਿਆਂ ਵਾਸਤੇ ਵਰਤਿਆ ਜਾਂਦਾ। ਜਿਵੇਂ ਫਨੀਅਰ ਨਾਗ ਫੁੰਕਾਰਾ ਮਾਰ ਕੇ ਕੰਮ ਫਤਿਹ ਕਰ ਦਿੰਦਾ, ਇਦਾਂ ਇਹ ਗੁਰੂ ਕੇ ਸਿੰਘ ਭੁਜੰਗੀ। ਇੱਕ ਹੋਰ ਗੱਲ ਹੈ, ਭੁਜੰਗੀ ਛੋਟੇ ਨੂੰ ਕਹਿੰਦੇ ਆਪਾਂ। ਤੇ ਸੱਪ ਦਾ ਜਿਹੜਾ ਬੱਚਾ ਹੁੰਦਾ ਨਾ, ਛੋਟਾ ਸਪੋਲੀਆ, ਉਹ ਕਹਿੰਦੇ ਜੇ ਕਿਸੇ ਨੂੰ ਡੰਗ ਮਾਰਦੇ ਉਹਦਾ ਮੰਤਰ ਵੀ ਕੋਈ ਨਹੀਂ ਚੱਲਦਾ। ਵੱਡੇ ਦਾ ਤਾਂ ਇਲਾਜ ਹੋ ਜਾਂਦਾ, ਡੰਗੇ ਵੱਡੇ ਸੱਪ ਦਾ ਡੰਗਿਆ ਦਾ ਬਚ ਜਾਵੇ, ਛੋਟੇ ਦੇ ਡੰਗੇ ਦਾ ਨਹੀਂ ਬਚਦਾ। ਕਲਗੀਧਰ ਕਹਿੰਦੇ ਜਿਹੜਾ ਮੇਰਾ ਛੋਟਾ ਪੁੱਤਰ ਹੈ ਨਾ ਖਾਲਸਾ, ਇਹਦੇ ਡੰਗ ਤੋਂ ਔਰੰਗਜ਼ੇਬ ਤੋਂ ਬਚਣਾ ਕੋਈ ਨਹੀਂ। ਸੋ ਉਸ ਤੋਂ ਇਹ ਭੁਜੰਗੀ ਸ਼ਬਦ ਖਾਲਸੇ ਦੀ ਵਰਤਿਆ ਜਾਂਦਾ। ਸਿੰਘਾਂ ਦੇ ਬੱਚੇ ਨੂੰ ਮੁੰਡਾ ਨਹੀਂ ਕਹਿੰਦੇ, ਮੁੰਡਾ ਨਹੀਂ ਕਹਿੰਦੇ। ਮੁੰਡਾ ਦਾ ਮਤਲਬ ਹੈ ਜਿਹਦਾ ਸਿਰ ਮੂੰਹ ਮੁੰਡਿਆ ਹੋਵੇ।
ਇਸ ਕਰਕੇ ਜੇ ਕਿਸੇ ਦੇ ਬੱਚੇ ਨੂੰ ਆਪਾਂ ਕਹਿ ਦਿੰਦੇ ਸੀ ਨਾ ਅੱਜ ਤੋਂ 50-60 ਸਾਲ ਪਹਿਲਾਂ ਕਿਸੇ ਸਿੰਘ ਦੇ ਬੱਚੇ ਨੂੰ, ਉਹ ਮੁੰਡਿਆ, ਉਹ ਪਿਓ ਹੀ ਲੜ ਪੈਂਦਾ ਸੀ, ਓਏ ਮੇਰੇ ਬੱਚੇ ਨੂੰ ਮੁੰਡਾ ਨਹੀਂ ਕਹਿਣਾ, ਭੁਜੰਗੀ ਕਹਿ। ਜੇ ਮੁੰਡਾ ਹੋ ਗਿਆ ਤੇ ਫਿਰ ਮੁੰਡੇ ਤੇ ਹੋ ਜਾਏਗਾ ਨਾ, ਤੇ ਹੁਣ ਆਪਾਂ ਮੁੰਡਾ ਕਹਿਣ ਲੱਗ ਪਿਆ, ਉਹ ਆਪੇ ਮੁੰਡਤ ਹੋ ਗਏ ਸਾਰੇ, ਸਿਰ ਮੂੰਹ ਬਣਾ ਗਏ। ਸੋ ਭੁਜੰਗੀ ਸ਼ਬਦ ਖਾਲਸੇ, 5 ਭੁਜੰਗੀ ਨਿਤਰੇ ਕਿਹੜੇ ਕਿਹੜੇ? ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ। ਹਾਂਜੀ, ਚੌਪਈ 5 ਭੁਜੰਗੀ ਲਏ ਉਠਾਏ, 5 ਭੁਜੰਗੀ ਕੱਢੇ ਹਨ ਮਹਾਰਾਜ ਨੇ ਤੇਗ ਦੀ ਧਾਰ ਦੇ ਉੱਤੇ। ਹਾਂਜੀ, ਚਾਰੈ ਬਰਨ ਇੱਕ ਕੀਏ ਭਰਾਏ, 4 ਵਰਨਾਂ ਦੇ ਇਹ ਸਾਰੇ ਇੱਕ ਭਰਾ ਬਣਾ ਦਿੱਤੇ ਨੇ। ਪ੍ਰਥਮ ਦਇਆ ਸਿੰਘ ਸੋਫਤੀ ਜਾਤ, ਪਹਿਲਾ ਭਾਈ ਦਇਆ ਸਿੰਘ ਜੀ ਲਾਹੌਰ ਸੋਫਤੀ, ਇਹਨਾਂ ਦਾ ਗੋਤ ਹੈ, ਖੱਤਰੀ ਜਾਤੀ ਵਿੱਚੋਂ ਨੇ। ਬਸਤ ਲਾਹੌਰ ਹੁਤੇ ਬਖਿਆਤ, ਇਹ ਸਭ ਤੋਂ ਪਹਿਲਾਂ ਆਏ ਨੇ ਲਾਹੌਰ ਦੇ ਰਹਿਣ ਵਾਲੇ ਸੀਸ ਦੇਣ ਵਾਸਤੇ। ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ, ਦੂਜਾ ਸੀਗਾ ਹਸਤਨਾਪੁਰ ਦਾ ਭਾਈ ਧਰਮ ਸਿੰਘ। ਉਤੋਂ ਜੱਟ ਸਿਵ ਜਟੋ ਪ੍ਰਕਾਸ਼ੀ, ਇਹ ਜੱਟ ਦਾ ਵੰਸ਼ ਸੀ, ਇਹਦਾ ਧੰਨੇ ਜੱਟ ਦਾ ਜੋ ਪਰਿਵਾਰ ਹੈ ਉਸ ਵੰਸ਼ ਵਿੱਚ ਕਹਿੰਦੇ ਇਹਦਾ ਜਨਮ ਹੋਇਆ। ਤੀਜੇ ਮੋਹਕਮ ਸਿੰਘ ਦਵਾਰਕਾ ਜਾਇਓ, ਤੀਜੇ ਸੀ ਭਾਈ ਮੋਹਕਮ ਸਿੰਘ ਦਵਾਰਕਾ ਤੋਂ ਆਏ। ਨਾਮਦੇਵ ਅਵਤਾਰ ਸੋ ਆਇਓ, ਇਹ ਸਮਝੋ ਨਾਮਦੇਵ ਜੀ ਦੀ ਵੰਸ਼ ਵਿੱਚ ਛੀਂਬੇ ਸਨ। ਚੌਥੇ ਨਾਈ ਸਾਹਿਬ ਸਿੰਘ ਜੋ, ਚੌਥੇ ਨਾਈ ਬਰਾਦਰੀ ਚੋਂ ਭਾਈ ਸਾਹਿਬ ਸਿੰਘ ਜੀ ਹੋਏ ਨੇ। ਸੈਨ ਭਗਤ ਜਹ ਰਹਤੇ ਸੋ, ਜੋ ਸੈਣ ਨਾਈ ਦਾ ਪਰਿਵਾਰ ਹੈ, ਭਗਤ ਸੈਣ ਨਾਈ ਦੀ ਬਾਣੀ ਗੁਰਬਾਣੀ ਵਿੱਚ ਆਉਂਦੀ ਹੈ। ਪੰਚਮ ਹਿੰਮਤ ਸਿੰਘ ਝੀਵਰ ਕਹੀਐ, ਪੰਜਵੇਂ ਭਾਈ ਹਿੰਮਤ ਸਿੰਘ ਝੀਵਰ ਜਾਤੀ ਚੋਂ ਹੋਏ ਨੇ। 5 ਭੁਜੰਗੀ 5 ਜਾਤ ਲਹੀਐ, ਇਹ 5 ਜਾਤਾਂ ਚੋਂ 5 ਸਿੰਘ ਚੁਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਸੀਸ ਦੇਣ ਵਾਸਤੇ। ਪਾਹੁਲ ਖੰਡੇ ਤਿਆਰ ਕਰਵਾਈ, ਖੰਡੇ ਦੀ ਪੌਲ ਤਿਆਰ ਕਰਕੇ ਜਲ ਮਦ ਆਣ ਮਿਠਾਈ ਪਾਈ, ਮਾਤਾ ਜੀ ਨੇ ਮਿਠਾਸ ਪਤਾਸੇ ਪਾਏ। ਦੇਹ ਮਦ ਰਾਖੇ ਕਰਦ ਗਡਾਈ, ਉਹਦੇ ਵਿੱਚ ਕਰਦ, ਇਹ ਹੁਣ ਤਾਂ ਮਰਿਆਦਾ ਹੀ ਬਦਲੀ ਜਾਂਦੇ ਆ। ਪਹਿਲੀ ਮਰਿਆਦਾ ਖਾਲਸਾ ਜੀ ਜਦੋਂ ਅੰਮ੍ਰਿਤ ਛਕਾਉਂਦੇ 5 ਪਿਆਰੇ, ਸੱਜੇ ਹੱਥ ਵਿੱਚ ਖੰਡਾ ਤੇ ਖੱਬੇ 'ਚ ਕਿਰਪਾਨ, ਉਹ ਵੀ ਬਾਟੇ ਦੇ ਵਿੱਚ ਰੱਖੀ ਜਾਂਦੀ ਸੀਗੀ। ਤਖਤਾਂ ਤੇ ਅਜੇ ਵੀ ਮਰਜ਼ਾਦਾ ਹੈ, ਪਰ ਆਮ ਜਦੋਂ ਅਸੀਂ 5 ਪਿਆਰਿਆਂ 'ਚ ਨਵੇਂ ਸਿੰਘਾਂ ਨੂੰ ਲਾਉਂਦੇ ਆ ਨਾ, ਉਹਨਾਂ ਨੂੰ ਬਹੁਤ ਹੀ ਮਰਿਆਦਾ ਦਾ ਪਤਾ ਨਹੀਂ ਹੁੰਦਾ, ਢਿੱਲ ਵਰਤ ਆ ਜਾਂਦੇ ਆ। ਖੰਡੇ ਦੇ ਨਾਲ ਕਿਰਪਾਨ ਵੀ ਸੱਚੇ ਪਾਤਸ਼ਾਹ ਜੀ ਨੇ ਸ਼ਕਤੀ ਸਰੂਪ ਜਿਹੜੀ ਹੈ ਉਹ ਬਾਟੇ ਦੇ ਵਿੱਚ ਰੱਖੀ, ਛੋਟੀ ਕਿਰਪਾਨ। ਹਾਂਜੀ, ਸਤਿਗੁਰ ਰਾਖੇ ਕਰਦ ਧਾਰੇ ਦਾਏ, ਔਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਕਰਦ ਦਾ ਜਿਹੜਾ ਧਾਰ ਵਾਲਾ ਪਾਸਾ ਹੈ ਨਾ ਆਪਣੇ ਵੱਲ ਰੱਖਿਆ ਤੇ ਖੰਡਾ ਫੇਰਿਆ ਹੈ। ਦੋਹਰਾ ਸ੍ਰੀ ਸਤਿਗੁਰ ਸਤ ਨਾਮ ਰਹਿਓ, ਕਰਤਾ ਪੁਰਖ ਉਚਾਰ, ਔਰ ਇਹ ਮੂਲ ਮੰਤਰ ਦਾ ਜਾਪ, ਜੋ ਮੂਲ ਮੰਤਰ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਪਹਿਲਾਂ ਹੀ ਮਰਜ਼ਾਦਾ ਸੀ ਜਦੋਂ ਚੋਲੇ ਦਿੰਦੇ ਸੀਗੇ। ਅੱਜ ਕੱਲ ਤੇ ਆਪਾਂ ਫਤਿਹ ਹੀ ਬੁਲਾਉਂਦੇ ਆ ਨਾ, ਏਕ ਓੰਕਾਰ, ਇਹ ਮੂਲ ਮੰਤਰ ਨਹੀਂ ਜਪਾਉਂਦੇ। ਪੁਰਾਤਨ ਮਰਜ਼ਾਦਾ ਸੀ ਵੀ ਜਿਹਨੂੰ ਅੰਮ੍ਰਿਤ ਦੇਣਾ ਉਹਦੇ ਅੰਮ੍ਰਿਤ ਦੇ ਕੇ ਜਦੋਂ ਕਹਿਣਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਬੋਲਣਾ ਏਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਇੱਕ ਵਾਰੀ। ਦੂਜਾ ਚੋਲਾ ਦੇਣਾ, ਫਿਰ ਨਾਨਕ ਹੋਸੀ ਵੀ ਸੱਚ ਤੱਕ, ਫਿਰ ਤੀਜਾ ਚੋਲਾ, 5 ਚੋਲੇ ਇਦਾਂ ਦੇ ਕੇ 5 ਵਾਰੀ ਮੂਲ ਮੰਤਰ ਜਾ, ਫਿਰ ਨੇਤਰਾਂ 'ਚ, ਫਿਰ ਕੇਸਾਂ 'ਚ। ਇਹ ਮਰਜ਼ਾਦਾ ਸੀ। ਸੋ ਉਹ ਭਾਈ ਰਤਨ ਸਿੰਘ ਜੀ ਪੁਰਾਣੀ ਮਰਜ਼ਾਦਾ ਜਿਹੜੀ ਸੀ ਉਹ ਲਿਖ ਰਹੇ ਨੇ। ਹਾਂਜੀ, ਅਕਾਲ ਅਕਾਲਹ ਜਾਪ ਕਰ, ਤੋਰੀ ਕਿਰਪਾ ਨਿਜ ਧਾਰ, ਅਕਾਲ ਦਾ ਜਾਪ, ਸਤਿ ਸ੍ਰੀ ਅਕਾਲ ਦਾ ਜਾਪ ਕਰਨਾ ਖਾਲਸੇ ਨੂੰ ਦੱਸਿਆ। ਅੰਮ੍ਰਿਤ ਵੇਲੇ ਉੱਠ ਕੇ ਸਿੰਘ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਵੇ। ਇਹ ਮਰਜ਼ਾਦਾ ਹੁਣ ਕਿਸੇ ਨੂੰ ਨਹੀਂ ਪਤਾ। ਸਭ ਤੋਂ ਪਹਿਲਾਂ ਜਦੋਂ ਸਵੇਰੇ ਉੱਠੇ ਤੇ ਐਸਾ ਜਕਾਰਾ ਵੀ ਜਿੱਥੋਂ ਤੱਕ ਆਵਾਜ਼ ਜਾਂਦੀ ਅਗਲੇ ਸੁੱਤੇ ਜਾਗ ਪੈਣ ਵੀ ਸਿੰਘ ਤਿਆਰ ਪਰ ਤਿਆਰ ਹੋ ਗਿਆ। ਇਹ ਮਰਜ਼ਾਦਾ ਸੀ। ਹਾਂਜੀ, ਚੌਪਈ ਪ੍ਰਥਮ ਭਗਉਤੀ ਵਾਰ ਜੋ ਪੌੜੀ, ਜੋ ਪਹਿਲੀ ਪੌੜੀ ਹੈ ਫਿਰ ਚੰਡੀ ਦੀ ਵਾਰ ਦੀ, ਇਹ ਅਰਦਾਸ ਵਿੱਚ ਪੜ੍ਹੀ ਜਾਂਦੀ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਪੜ੍ਹੀ ਹੈ ਸਤਿਗੁਰਾਂ ਨੇ। ਪੜ ਪ੍ਰਥਮੈ ਆਪ ਸਤਿਗੁਰ ਜੋੜੀ, ਇਹ ਮਹਾਰਾਜ ਨੇ ਆਪ ਉਚਾਰਨ ਕੀਤੀ ਹੈ। ਕਲਗੀਧਰ ਪਾਤਸ਼ਾਹ ਜੀ ਦੀ ਸ੍ਰੀ ਮੁਖ ਵਾਕ ਬਾਣੀ ਹੈ। 9 ਪਾਤਸ਼ਾਹੀਆਂ ਲਿਓ ਧਿਆਏ, 9 ਪਾਤਸ਼ਾਹੀਆਂ ਤੇਗ ਬਹਾਦਰ ਸਿਮਰਿਆ, ਘਰ ਨੌਣ ਦਿਆਵੇ ਧਾਰੇ, ਸਭ ਸਾਈ ਹੋਏ ਸਾਏ। 9 ਗੁਰੂਆਂ ਨੂੰ ਯਾਦ ਕੀਤਾ ਹੈ। ਅਬ ਦਸਮਨ ਪਰ ਹੋਈ ਸਹਾਏ, ਫਿਰ 10ਵੇਂ ਪਾਤਸ਼ਾਹ ਨੇ ਆਖਿਆ, ਇਹ ਅਕਾਲ ਪੁਰਖ ਜੀ ਹੁਣ ਮੇਰੇ ਉੱਤੇ ਵੀ ਕਿਰਪਾ ਕਰਿਆ ਜੇ, ਸਹਾਈ ਹੋਇਆ ਜੇ। ਬਹੁੜ ਸਵਈਏ 32 ਉਚਾਰੇ, ਫਿਰ 32 ਸਵਈਏ ਜਿਹੜੇ ਸ਼ਰਾਬ ਸੁਧ ਸਮੂਹ ਸਿਧਾਨ ਕੇ, ਤੇ ਫਿਰ ਦੀਨਨ ਕੀ ਪ੍ਰਤਪਾਲ ਵਾਲੇ ਸਵਈਏ, ਤੇ 7 ਸदैव ਸਰੂਪ 7 ਬਿਰਤ, ਇਹ ਸਾਰੇ ਸਵਈਏ ਪੜੇ ਹਨ। ਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ, ਮਹਾਰਾਜ ਆਪਣੇ ਮੁਖ ਤੋਂ 20 ਰਸ ਦੀ ਬਾਣੀ ਪੜੀ ਜਾਂਦੇ ਨੇ। ਤੇਜ ਤੇਜ ਜੋ ਚੰਡੀ ਬਾਣੀ, ਆ ਦੇਖੋ ਨਾ ਸਾਧ ਸੰਗਤ ਜੀ, ਅੱਜ ਕੱਲ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅਮਰ ਛਕਾਇਆ ਕਰਾਂਗੇ।
ਦਸਮ ਦੀ ਬਾਣੀ ਨਹੀਂ ਪੜ੍ਹਨੀ। ਪਰ ਪੁਰਾਣੇ ਗ੍ਰੰਥ ਹੁਣ ਭਾਈ ਮਤਾਬ ਸਿੰਘ ਦਾ ਪੋਤਰਾ ਲਿਖ ਰਿਹਾ। ਹੁਣ ਮਤਾਬ ਸਿੰਘ ਦੀ ਗੱਲ ਮੰਨੀਏ ਕਿ ਇਹਨਾਂ ਦੀ ਮੰਨੀਏ ਅਸੀਂ? ਭਾਈ ਮਤਾਬ ਸਿੰਘ ਕੌਣ ਹੈ? ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ। ਉਹਦੇ ਪੋਤਰੇ ਭਾਈ ਰਤਨ ਸਿੰਘ ਜੀ ਲਿਖ ਰਹੇ ਆ, ਤੇਜ ਤੇਜ ਜੋ ਚੰਡੀ ਬਾਣੀ, ਜਿਹੜੀ ਵੀਰਸ ਵਾਲੀ ਬਾਣੀ ਹੈ, ਤੇਜਸਵੀ ਬਾਣੀ ਹੈ, ਉਹ ਸਤਿਗੁਰੂ ਜੀ ਪੜ੍ਹ ਰਹੇ ਨੇ। ਸੋ ਪਾਹੁਲ ਇਹ ਮੱਦਾ ਠਾਣੀ, ਉਹ ਅੰਮ੍ਰਿਤ ਦੇ ਵਿੱਚ ਪੜ੍ਹੀ ਹੈ ਬਾਣੀ ਤਾਂ ਕਿ ਸਿੰਘਾਂ 'ਚ ਵੀਰ ਰਸ ਆ ਜਾਵੇ। ਤੇ ਇੱਥੇ ਸਵਈਆ ਵੀ ਤਿਰਭੰਗੀ ਛੰਦ ਲਿਖਿਆ, ਖਕ ਖੰਡ ਬਹਿੰਡੰ ਖਰਦਲ ਖੰਡੰ ਅਤਰਨ ਮੰਡੰ ਬਰਪੰਡੰ ਭੁਜਦੰਡ ਅਖੰਡੰ ਤੇਜ ਪ੍ਰਚੰਡੰ ਜੋਤੇ ਅਮੰਡੰ ਭਾਨ ਪ੍ਰਭੰ ਸੁਖ ਸੰਤਾਂ ਕਰਣੰ ਦੁਰਮਤ ਦਰਣੰ ਕਿਲ ਵਿਖਾਰਣੰ ਅਸਰਣੰ ਜੈ 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 ਕਾਰਨ ਸ੍ਰਿਸ਼ਟਿ ਬਾਰਨ ਮਮ ਪ੍ਰਤਪਾਰਨ ਜੈ ਤੇਗੰ। ਇਸ ਤਰ੍ਹਾਂ ਦੀ ਬਾਣੀ ਝਾਗੜਦੰ ਨਾਗੜਦੰ ਬਾਗੜਦੰ ਬਾਜੇ ਗਾਗੜਦੰ ਗਾਜੀ ਮਹਾ ਗੱਜ ਗੱਜ, ਜਿਸ ਨੂੰ ਪੜ੍ਹ ਕੇ ਵੀਰ ਰਸ ਆ ਜਾਵੇ, ਕਾਇਰ ਵੀ ਬਹਾਦਰ ਯੋਧੇ ਬਣ ਜਾਣ। ਉਹ ਬਾਣੀ ਦਸਵੇਂ ਪਾਤਸ਼ਾਹ ਨੇ ਖੰਡੇ ਦੀ ਪੌਲ 'ਚ ਪੜ੍ਹੀ ਹੈ। ਸੋ ਇਹ ਖਾਲਸਾ ਜੀ ਖੰਡਾ ਹੈ ਹੀ ਦਸਮ ਦੀ ਬਾਣੀ ਵਿੱਚੋਂ। ਜੇ ਕਦੀ ਖੰਡੇ ਦਾ ਸਿਧਾਂਤ ਪੜ੍ਹਨਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਭਗਤੀ ਦਾ ਸਿਧਾਂਤ ਹੈ, ਸ਼ਕਤੀ ਦਾ ਦਸਮ ਦੀ ਬਾਣੀ ਵਿੱਚ ਹੀ ਹੈ। ਸੋ ਐਵੇਂ ਕਿਸੇ ਦੀਆਂ ਗੱਲਾਂ 'ਚ ਆ ਕੇ ਆਪਣੀ ਪੈਰੀ ਘੁਆੜਾ ਨਾ ਮਾਰੋ। ਜੇ ਪੰਥ ਖਾਲਸਾ ਰਹਿਣਾ ਤੇ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗੁਰੂ ਗ੍ਰੰਥ ਸਾਹਿਬ, ਇਹਨਾਂ ਗੁਰੂ ਗ੍ਰੰਥ ਸਾਹਿਬਾਂ ਦੀ ਜੋ ਬਾਣੀ ਉਹਦੇ ਸਿਧਾਂਤ ਅਨੁਸਾਰ ਹੀ ਰਹਿਣਾ ਹੈ। ਤੇ ਜੇ ਖਤਮ ਕਰਨਾ ਤਾਂ ਭਾਈ ਤੁਹਾਡੀ ਮਰਜ਼ੀ ਹੈ। ਅਸੀਂ ਆਪ ਹੀ ਆਪਣੇ ਸਿਧਾਂਤ ਹੌਲੇ 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 ਛੱਡੀ ਗਏ ਤੇ ਅੱਜ ਸਾਡੇ ਸਾਹਮਣੇ ਇਹੋ ਜਿਹੀਆਂ ਸਮੱਸਿਆ ਆ ਗਈਆਂ ਵੀ ਸਾਨੂੰ ਅੰਮ੍ਰਿਤ ਤੇ ਵੀ ਕਿੰਤੂ ਪਰੰਤੂ ਹੋਣ ਲੱਗ ਪਿਆ। ਹਾਂਜੀ, ਤ੍ਰਿਭੰਗੀ ਛੰਦ। ਸੋ ਖਾਲਸਾ ਜੀ ਹੁਣ ਸਮਾਂ ਹੋ ਚੁੱਕਾ ਹੈ। ਮਹਾਰਾਜ ਅੰਮ੍ਰਿਤ ਛਕਾਇਆ ਦਸਵੇਂ ਪਾਤਸ਼ਾਹ ਜੀ ਨੇ। ਜਦੋਂ ਅੰਮ੍ਰਿਤ ਛਕਾਇਆ ਤੇ ਸਿੰਘਾਂ ਜਿਹੜੇ ਉਹ ਕਹਿੰਦੇ ਸੀ ਨਾ, ਮਹਾਰਾਜ ਅਸੀਂ ਤੇ ਗਰੀਬ ਹਾਂ, ਅਸੀਂ ਤਾਂ ਨਾਈ ਛੀਂਬੇ ਹਾਂ, ਅਸੀਂ ਤਾਂ ਛੋਟੇ ਮੋਟੇ ਕੰਮ ਕਰਨ ਵਾਲੇ ਹਾਂ, ਅਸੀਂ ਨਹੀਂ ਜੰਗ ਕਰ ਸਕਦੇ। ਉਹ ਮਹਾਰਾਜ ਨੂੰ ਪੁੱਛਣ ਲੱਗ ਪਏ, ਮਹਾਰਾਜ ਜੀ ਲਾਹੌਰ ਤੇ ਪਹਿਲਾਂ ਹਮਲਾ ਕਰੀਏ ਕਿ ਦਿੱਲੀ ਤੇ? ਮਹਾਰਾਜ ਕਹਿੰਦੇ ਕੱਲ ਤੇ ਕਹਿੰਦੇ ਸੀ ਵੀ ਅਸੀਂ ਤੇ ਕੁਝ ਕਰਨ ਜੋਗੇ ਨਹੀਂ, ਹੁਣ ਕੀ ਹੋ ਗਿਆ? ਮਹਾਰਾਜ ਪਤਾ ਨਹੀਂ ਤੁਸੀਂ ਖੰਡੇ ਬਾਟੇ ਦੇ ਅੰਮ੍ਰਿਤ 'ਚ ਕੀ ਭਰਿਆ ਹੋਇਆ, ਸਾਨੂੰ ਤਾਂ ਇਹ ਖੁਦ ਨਹੀਂ ਪਤਾ ਲੱਗਦਾ ਵੀ ਅਸੀਂ ਪਹਿਲਾਂ ਕੁਝ ਹੋਰ ਬੋਲਦੇ ਸੀ, ਹੁਣ ਸਾਡੀ ਗੱਲ ਹੀ ਕੁਝ ਹੋਰ ਗਈ ਹੈ। ਉਹੀ ਬਹਾਦਰ ਯੋਧੇ ਸਿੰਘ ਨਿਤਰੇ ਜਿਨ੍ਹਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਰਾਜ ਕਰਿਆ, ਖਾਲਸਾ ਦਾ ਨਾਅਰਾ ਦੇ ਕੇ ਦਿੱਲੀ ਲਾਹੌਰ ਦੇ ਬਾਦਸ਼ਾਹ ਬਣਾ ਦਿੱਤਾ। ਉਹ ਪੰਥ ਪ੍ਰਕਾਸ਼ ਵਿੱਚ ਉਹ ਗੱਲ ਹੁਣ ਆਣੀ ਹੈ। ਕਿੱਦਾਂ ਕਿੱਦਾਂ ਦੀਆਂ ਮੁਸੀਬਤਾਂ ਉਹਨਾਂ ਨੂੰ ਝੱਲਣੀਆਂ ਵੀ ਪਈਆਂ। ਐਵੇਂ ਸੌਖਾ ਤੇ ਪਰੋਸ ਕੇ ਰਾਜ ਤੁਰਕਾਂ ਨੇ ਦੇਣਾ ਨਹੀਂ ਸੀਗਾ, ਪਰ ਉਹ ਸਾਰੇ ਜਫਰ ਜਾਲ ਕੇ ਇੱਕ ਦਿਨ ਖਾਲਸੇ ਦਾ ਝੰਡਾ ਬੁਲੰਦ ਹੋਇਆ, ਲਾਹੌਰ ਦੇ ਤਖਤ ਤੇ ਵੀ, ਦਿੱਲੀ ਦੇ ਤਖਤ ਤੇ। ਇਤਨੇ ਬਚਨ ਪ੍ਰਵਾਨ ਕਰਨੇ ਜੀ। हे गोविंद हे गोपाल हे दयाल प्राणनाथ नाथ सखे दीन दर्द निवार, हे समर्थ अगम पूर्ण मोहे मया, अंधकूप महा भयान नानक पार, आए प्रभ शरणागति कृपा निध दयाल, एक अखर हर मन बस्तु नानक हो, वाहिगुरु नाम जहाज है चढ़े सुतरे पार, जो श्रद्धा कर सेवंदे गुरु पार।